ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਅਕਾਲ ਪੁਰਖ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਜੋ ਗੁਰੂ ਕੀ ਸੰਗਤ ਵੱਲੋਂ ਹੁਕਮ ਲੱਗਾ ਕਿ ਆਪ ਸਰਲ ਪੰਜਾਬੀ ਜੋ ਅੱਜ ਦੀ ਭਾਸ਼ਾ ਆਪਾਂ ਇੱਕ ਦੂਸਰੇ ਦੇ ਨਾਲ ਸਾਂਝੀ ਕਰਦੇ ਹਾਂ, ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਇਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਰਥ ਕਰਨ ਦੀ ਕੋਸ਼ਿਸ਼ ਕਰੋ। ਗੁਰੂ ਪਿਆਰੀ ਸਾਧ ਸੰਗਤ ਜੀਓ, ਨਾ ਤਾਂ ਅਸੀਂ ਇੰਨੇ ਵਿਦਵਾਨ ਹਾਂ, ਨਾ ਅਸੀਂ ਕੋਈ ਗਿਆਨੀ ਹਾਂ, ਪਰ ਮਨ ਦੇ ਵਿੱਚ ਸਦਾ ਹੀ ਇਹ ਚਾਅ ਰਹਿੰਦਾ ਕਿ ਗੁਰੂ ਕੀ ਸੰਗਤ ਦੀ ਸੇਵਾ ਕਰਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ। ਆਪ ਜੀ ਦੇ ਹੁਕਮ ਨੂੰ ਸਿਰ ਮੱਥੇ ਰੱਖਦੇ ਹੋਏ ਅੱਜ ਨਿਰੰਕਾਰ ਧੰਨ 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 ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ, ਸੰਸਾਰ ਦੇ ਪ੍ਰਤਪਾਲਕ, ਸੰਸਾਰ ਦੇ ਦਿਆਲੂ ਕਿਰਪਾਲੂ ਔਰ ਮਿਹਰਬਾਨ ਦਾਤਾ, ਉਹਨਾਂ ਦੀ ਆਗਿਆ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਇਹ ਕਾਰਜ ਨੂੰ ਪ੍ਰਾਰੰਭ ਕਰਨ ਲੱਗੇ ਹਾਂ। ਸਤਿਗੁਰਾਂ ਨੇ ਸੰਪੂਰਨ ਅਰਥ ਕਰਾਉਣੇ ਜਾਂ ਨਾ ਕਰਾਉਣੇ, ਇਹ ਨਿਰੰਕਾਰ ਦੇ ਹੱਥ ਦੇ ਵਿੱਚ ਹੈ। ਪਰ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਆਪ ਜੀ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਆਪ ਜੀ ਨੂੰ, ਇਹ ਸੇਵਾ ਨੂੰ ਪ੍ਰਵਾਨ ਕਰ ਲੈਣਾ। ਆਪ ਜੀ ਨੇ ਬੜੀਆਂ ਇਸ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਭੁੱਲਾਂ ਹੋ ਜਾਣੀਆਂ ਨੇ, ਕਿਉਂਕਿ ਇਹ ਗੁਰਬਾਣੀ ਅਗਾਧ ਬੋਧ ਹੈ। ਇਹ ਧੁਰੋਂ ਆਈ ਹੋਈ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਹੈ। ਜਦੋਂ ਦਾ ਸੰਸਾਰ ਬਣਿਆ ਉਦੋਂ ਦੀ ਇਹ ਬਾਣੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਸਾਰ ਦੇ ਉੱਤੇ ਆਈ ਹੈ। ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਿਖਾਨਾ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਇਹ ਤਾਂ ਨਿਰੰਕਾਰ ਨੇ ਸੰਸਾਰ ਦੇ ਉੱਤੇ ਐਡੀ ਵੱਡੀ ਕਿਰਪਾ ਕੀਤੀ। ਜਿਹੜੇ ਇਸ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਉਹ ਪ੍ਰਤੱਖ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਦਰਸ਼ਨ ਉਹਨਾਂ ਨੂੰ ਨਸੀਬ ਹੋ ਜਾਂਦੇ ਨੇ। ਪਰ ਇੱਥੇ ਇੱਕ ਜ਼ਰੂਰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਇਹ ਕਿਸੇ ਬੰਦੇ ਦੇ ਹੱਥ ਦੇ ਵਿੱਚ ਨਹੀਂ ਕਿ ਇਸ ਅਗਾਧ ਬੋਧ ਬਾਣੀ ਦੇ ਅਰਥ ਕਰ ਸਕੇ। ਬੜੇ ਵਿਦਵਾਨ ਪਹਿਲਾਂ ਮਹਾਂਪੁਰਸ਼ ਸਾਧੂ ਸੰਤ ਹੋਏ ਨੇ, ਜਿਨ੍ਹਾਂ ਨੇ ਇਸ ਗੁਰਬਾਣੀ ਦੀਆਂ ਬੇਅੰਤ ਕਥਾ ਕੀਤੀਆਂ, ਬੜੇ ਸੁਚੱਜੇ ਰੂਪ ਦੇ ਵਿੱਚ, ਔਰ ਬੜੇ ਗਿਆਨੀ ਸੂਝਵਾਨ ਗੁਰਸਿੱਖ ਹੋਏ ਨੇ, ਜਿਨ੍ਹਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਣੀ ਦਾ ਤਰਜਮਾ ਕਰਕੇ ਗੁਰੂ ਕੀ ਸੰਗਤ ਨੂੰ ਬਖਸ਼ਿਸ਼ ਕੀਤਾ। ਔਰ ਬੜੇ ਅੱਜ ਵੀ ਵਿਦਵਾਨ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਕਰਦੇ ਨੇ। ਸੋ ਮੈਂ ਇਹ ਤਾਂ ਆਪ ਜੀ ਦੇ ਕੋਲ ਬੇਨਤੀ ਕੀਤੀ ਕਿ ਮੇਰੀ ਮੱਤ ਬਹੁਤ ਤੁਛ ਮਾਤਰ ਹੈ। ਇਹ ਤਾਂ ਅਕਾਲ ਪੁਰਖ ਦੀ ਕਿਰਪਾ ਤੇ ਆਪ ਜੀ ਦੀ ਅਸੀਸ ਦਾ ਸਦਕਾ ਹੋਏਗਾ, ਤਾਂ ਹੀ ਅਸੀਂ ਆਪ ਜੀ ਦੀ ਸੇਵਾ ਕਰ ਸਕਦੇ। ਗੁਰੂ ਨਿਰੰਕਾਰ ਮਿਹਰਬਾਨ ਦੇ ਮੋਹਰੇ ਅਰਦਾਸ ਬੇਨਤੀ ਹੈ ਕਿ ਹੇ ਅਕਾਲ ਪੁਰਖ ਨਿਰੰਕਾਰ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੂੰ ਕਰੀ ਵਿਖਿਆਨ। ਜਿੱਦਾਂ ਤੈਨੂੰ ਪਾਊਗਾ ਉਸੇ ਤਰ੍ਹਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਹੋ ਸਕੇ। ਕਿਰਪਾ ਕਰਿਓ ਕਾਮ ਕ੍ਰੋਧ ਰੋਹ ਮੋਹ ਹੰਕਾਰ ਤੋਂ ਬਚਾ ਕੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਆਪਣੀ ਸੇਵਾ ਆਪ ਲੈਣੀ। ਸੋ ਆਓ, ਜੋ ਮਿਹਰਬਾਨ ਦਿਆਲੂ ਕਿਰਪਾਲੂ ਨੇ ਕਿਰਪਾ ਕੀਤੀ, ਉਸ ਤੋਂ ਉਪਰੰਤ ਆਗਿਆ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਆਪਾਂ ਇਸ ਮਾਰਗ ਦੇ ਉੱਤੇ ਚੱਲੀਏ। ਕਿੰਨਾ ਕੁ ਸਮਾਂ ਸਤਿਗੁਰਾਂ ਨੇ ਲਾਉਣਾ ਹੈ, ਇਹ ਸਿਰਫ ਉਹਨਾਂ ਨੂੰ ਹੀ ਪਤਾ ਹੈ। ਨਿਰੰਕਾਰ ਸੱਚੇ ਪਾਤਸ਼ਾਹ ਸੰਸਾਰ ਦੇ ਉੱਤੇ ਜਦੋਂ ਆਏ,
ਸੰਸਾਰ ਤੋਂ ਪਹਿਲਾਂ ਵੀ ਕਿਤੇ ਗਏ ਨਹੀਂ ਸਨ ਤਾਂ ਅੱਜ ਵੀ ਕਿਤੇ ਗਏ ਨਹੀਂ। ਪਰ ਜਿਸ ਵੇਲੇ ਸਤਿਗੁਰ ਨੇ ਇੱਕ ਮਾਇਆ ਵਰਤਾਈ ਕਿ ਪੰਜ ਭੂਤਕ ਸਰੀਰ ਧਾਰਨ ਕਰਕੇ ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਸ੍ਰੀ ਨਨਕਾਣਾ ਸਾਹਿਬ ਅਸੀਂ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ, ਇੱਥੇ ਨਿਰੰਕਾਰ ਨੇ ਆਪਣਾ ਪ੍ਰਕਾਸ਼ ਧਾਰਨ ਕੀਤਾ, ਇੱਥੇ ਪ੍ਰਗਟ ਹੋਏ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਦੇਖਿਆ ਕਿ ਸੰਸਾਰ ਦੇ ਵਿੱਚ ਬਹੁਤ ਇਸ ਵੇਲੇ ਵੱਖਰੇ ਵੱਖਰੇ ਫਿਰਕੇ ਧਰਮ ਦੇ ਬਣ ਚੁੱਕੇ ਨੇ। ਸੰਸਾਰ ਦੇ ਵਿੱਚ ਬੜਾ ਇਹ ਭੋਲੀ ਭਾਲੀ ਸੰਗਤ ਨੂੰ, ਅਨੇਕਾਂ ਨੂੰ ਭਰਮਾਂ ਦੇ ਵਿੱਚ ਪਾਇਆ ਜਾ ਰਿਹਾ, ਭੁਲੇਖਿਆਂ ਦੇ ਵਿੱਚ ਪਾਇਆ ਜਾ ਰਿਹਾ ਹੈ। ਅਕਾਲ ਪੁਰਖ ਨਿਰੰਕਾਰ ਦੇ ਕੋਲੋਂ ਡਰਾਇਆ ਜਾ ਰਿਹਾ ਹੈ, ਭੈ ਭੀਤ ਕੀਤਾ ਜਾ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਹਰ ਫਿਰਕੇ ਨੂੰ ਦੇਖਿਆ। ਦੇਖਣ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਬਹੁਤ ਸੰਸਾਰ ਇਸ ਵੇਲੇ ਭਿਆਨਕ ਅੱਗ ਦੇ ਵਿੱਚ ਜਲ ਰਿਹਾ ਹੈ। ਤੇ ਜਿੱਥੇ ਮਹਾਰਾਜ ਨੇ ਫਿਰ ਆਣ ਕੇ ਸਭ ਤੋਂ ਪਹਿਲਾਂ ਇਹ ਅਕਾਲ ਪੁਰਖ ਕਿਰਪਾ ਕੀਤੀ। ਆਖਣ ਲੱਗੇ ਕਿ ਜਿਹੜੇ ਚਾਰ ਵਰਣ ਨੇ, ਜਿਹੜੇ ਕਿ ਉਸ ਸਮੇਂ ਦੇ ਵਿੱਚ ਚਾਰ ਹਿੱਸਿਆਂ ਦੇ ਵਿੱਚ ਇਸ ਸੰਸਾਰ ਨੂੰ ਵੰਡਿਆ ਹੋਇਆ ਸੀ, ਖੱਤਰੀ, ਬ੍ਰਾਹਮਣ, ਸੂਦ, ਵੈਸ ਤੇ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਸਾਰਿਆਂ ਨੂੰ ਇੱਕ ਵਰਣ ਕਰਨ ਵਾਸਤੇ ਇੱਥੇ ਅੰਮ੍ਰਿਤ ਨਾਮ ਦਾ ਛਿੱਟਾ ਦੇਵਾਂਗਾ। ਮੈਂ ਸਾਰਿਆਂ ਨੂੰ ਪ੍ਰੇਮ ਦੀ ਭਾਸ਼ਾ ਬੋਲ ਕੇ ਸਾਰਿਆਂ ਨੂੰ ਇੱਕ ਕਰਾਂਗਾ। ਤਾਂ ਹੀ ਗੁਰੂ ਨਿਰੰਕਾਰ ਨੇ ਬਾਣੀ ਦੇ ਵਿੱਚ ਇਹ ਬਚਨ ਉਚਾਰਨ ਕਰ ਦਿੱਤਾ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ ਸਭ ਏਕੋ ਨਾਮ ਤਰਨਾਰਥ। ਸਾਰੇ ਹੀ ਜਿਹੜੇ ਇਸ ਨਾਮ ਦਾ ਜਾਪ ਕਰਨਗੇ, ਮਹਾਰਾਜ ਨੇ ਕਿਸੇ ਦੇ ਉੱਤੇ ਕੋਈ ਕੰਡੀਸ਼ਨ ਨਹੀਂ ਲਾਈ ਭਈ ਤੂੰ ਕਿਹੜੇ ਰੂਪ 'ਚ ਹੋਵੇਂ। ਮਹਾਰਾਜ ਨੇ ਕਿਹਾ ਇਹ ਸਾਰਾ ਸੰਸਾਰ ਜਿਹੜਾ ਨਾਮ ਜਪੇਗਾ ਜਨ ਬਣੇਗਾ, ਮੈਂ ਮੇਰੀ ਖਤਮ ਕਰਕੇ ਹਉਮੈ ਦੇ ਦੀਰ ਰੋਗ ਨੂੰ ਸਰੀਰ ਤੋਂ ਦੂਰ ਕਰ ਜਾਏਗਾ, ਉਸ ਨੂੰ ਮੈਂ ਆਪਣਾ ਹੀ ਰੂਪ ਬਣਾ ਲਵਾਂਗਾ। ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਅੰਮ੍ਰਿਤ ਦੀ ਵਰਖਾ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਘਰੋਂ ਨਿਕਲੇ ਨੇ। ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਦੇਖਿਆ ਵੀ ਅਨੇਕਾਂ ਤਰ੍ਹਾਂ ਇੱਕ ਇੱਕ ਵਰਣ ਜਿਹੜਾ ਨਾ, ਇੱਕ ਇੱਕ ਜਿਹੜੀ ਸ਼੍ਰੇਣੀ ਸੀ ਉਹਦੇ ਵਿੱਚ ਵੀ ਵੱਖਰੇ ਵੱਖਰੇ ਅਨੇਕਾਂ ਹਿੱਸੇ ਬਣੇ ਹੋਏ ਸਨ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ, ਕਈਆਂ ਨੇ ਬੜਾ ਜਪ ਤਪ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਬੜੀਆਂ ਲੰਬੀਆਂ ਲੰਬੀਆਂ ਉਮਰਾਂ ਇਹਨਾਂ ਨੇ ਵਧਾ ਲਈਆਂ, ਉਹ ਆਪਣੇ ਆਪ ਨੂੰ ਸਿੱਧ ਆਖਾਉਣ ਲੱਗ ਪਏ। ਗੋਰਖ ਨੂੰ ਗੁਰੂ ਮੰਨਣ ਲੱਗ ਪਏ। ਭੰਗਰਨਾਥ ਦਾ ਇੱਕ ਵੱਖਰਾ ਸ਼੍ਰੇਣੀ ਦਾ ਰੂਪ ਬਣ ਗਿਆ। ਉਸ ਤੋਂ ਬਾਅਦ ਕਈਆਂ ਨੇ ਸਰੀਰ ਦੇ ਉੱਤੇ ਅਨੇਕਾਂ ਤਰ੍ਹਾਂ ਦੀਆਂ ਸਵਾਹਾਂ ਲਾ ਲਈਆਂ, ਕੰਨ ਪੜਵਾ ਲਏ, ਹੱਥ ਦੇ ਵਿੱਚ ਖੱਪਰ ਫੜ ਲਏ, ਡੰਡੇ ਫੜ ਲਏ, ਔਰ ਤਨ 'ਤੇ ਬਹੁਤ ਘੱਟ ਕੱਪੜੇ ਪਾ ਕੇ ਆਪਣੇ ਆਪ ਨੂੰ ਜੋਗੀ ਅਖਵਾਉਣ ਲੱਗ ਪਿਆ। ਕਈ ਤਪੀ ਅਖਵਾਉਣ ਲੱਗ ਪਿਆ, ਤਪ ਕਰਨ ਲੱਗ ਪਿਆ। ਕਦੀ ਪਾਣੀ ਦੇ ਵਿੱਚ ਖੜ ਕੇ ਸਿਆਲ ਦੇ ਦਿਨਾਂ ਦੇ ਵਿੱਚ ਤਪ ਕਰਨਾ, ਕਦੀ ਗਰਮੀਆਂ ਦੇ ਵਿੱਚ ਆਲੇ ਦੁਆਲੇ 5 ਧੂਣੀਆਂ ਤਪਾ ਕੇ ਤਪ ਕਰਨਾ, ਉਹ ਤਪੀ ਅਖਵਾਉਣ ਲੱਗ ਪਿਆ। ਕੋਈ ਮੋਹਣੀ ਅਖਵਾਉਣ ਲੱਗ ਪਿਆ, ਕੋਈ ਹੋਰ ਕਿਸੇ ਰੂਪ ਦੇ ਵਿੱਚ ਇਸ ਸੰਸਾਰ ਦੇ ਉੱਤੇ ਉਹਨਾਂ ਨੂੰ ਸੰਸਾਰ ਨੂੰ ਆਪਣੇ ਮਗਰ ਲਾਉਣ ਲਈ ਅਨੇਕਾਂ ਤਰ੍ਹਾਂ ਦੇ ਛਲ ਬਲ ਕਰਨ ਲੱਗ ਪਿਆ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸਿੱਧਾਂ ਦੇ ਨਾਲ ਜਾ ਕੇ ਇਹ ਸਿੱਧ ਗੋਸ਼ਟ ਕੀਤਾ, ਜਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਆਏਗੀ। ਔਰ ਜਿਹੜੇ ਵਿਦਵਾਨ ਹੋਏ ਨੇ ਜਿਹੜੇ, ਉਹਨਾਂ ਨੇ ਵੀ ਇਹ ਕਥਨ ਕੀਤਾ ਵੀ ਇਹ ਜਿਹੜਾ ਜਪਜੀ ਸਾਹਿਬ ਦਾ ਨਿਰੰਕਾਰ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ, ਸੰਸਾਰ ਤੇ ਅੰਮ੍ਰਿਤ ਦੀ ਵਰਖਾ ਕੀਤੀ, ਇਹ ਵੀ ਸਿੱਧਾਂ ਦੇ ਨਾਲ ਹੀ ਜਦੋਂ ਚਰਚਾ ਹੋਈ, ਸਿੱਧਾਂ ਦੇ ਨਾਲ ਹੀ ਜਦੋਂ ਵਿਚਾਰ ਵਟਾਂਦਰਾ ਹੋਇਆ, ਉਦੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਸਮੇਤ ਪਰਬਤ ਦੇ ਉੱਤੇ ਜਾ ਕੇ ਸਿੱਧਾਂ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ, ਸਿੱਧ ਉਹ ਸਨ ਜਿਨ੍ਹਾਂ ਨੇ ਸੰਸਾਰ ਨੂੰ ਤੇ ਪਰਿਵਾਰ ਨੂੰ ਤਿਆਗ ਕੇ ਪਰਬਤਾਂ ਦੀਆਂ ਗੁਫਾਵਾਂ ਦੇ ਵਿੱਚ ਬੈਠ ਕੇ ਬੜੀਆਂ ਲੰਬੀਆਂ ਲੰਬੀਆਂ ਉਮਰਾਂ ਕਰ ਲਈਆਂ, ਔਰ ਇਹ ਕਿਸੇ ਦੀ ਵੀ ਈਨ ਨਹੀਂ ਸੀ ਮੰਨਿਆ ਕਰਦੇ ਹੁੰਦੇ, ਕਿਸੇ ਦੇ ਅਧੀਨ ਨਹੀਂ ਸਨ, ਸਭ ਨੂੰ ਆਪਣੇ ਅਧੀਨ ਹੀ ਕਰਨ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਤਾਂ ਇਹ ਜਿਸ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਨੇ, ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਵੀ ਇਹਨਾਂ ਨੇ ਬੜੇ ਜਲ ਛਲ ਕੀਤੇ, ਕੋਸ਼ਿਸ਼ ਕੀਤੀ ਵੀ ਨਿਰੰਕਾਰ ਨੂੰ, ਕਿਉਂਕਿ ਇਹਨਾਂ ਨੂੰ ਗਿਆਤ ਨਹੀਂ ਸੀ ਵੀ ਇਹ
ਅਕਾਲ ਪੁਰਖ ਹੀ ਸੰਸਾਰ ਦੇ ਉੱਤੇ ਸਾਨੂੰ ਗਿਆਨ ਦੇਣ ਵਾਸਤੇ ਆਏ ਨੇ। ਇਹਨਾਂ ਨੂੰ ਨਾ ਗਿਆਨ ਹੋਣ ਕਾਰਨ ਕਰਕੇ ਇਹਨਾਂ ਨੇ ਸਤਿਗੁਰਾਂ ਦੇ ਉੱਤੇ ਵੀ ਬਹੁਤ ਰਿੱਧੀਆਂ ਸਿੱਧੀਆਂ ਦੇ ਜਾਦੂ ਵਾਂਗੂ ਚਲਾਏ, ਪਰ ਸਾਰੇ ਫੇਲ ਹੋ ਗਏ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਹਨਾਂ ਨੇ ਆਖਿਆ ਵੀ ਆਓ ਸਾਡੇ ਨਾਲ ਹੁਣ ਬੈਠ ਕੇ ਚਰਚਾ ਕਰੋ, ਗੱਲਬਾਤ ਕਰੋ, ਸਾਡੇ ਸਵਾਲਾਂ ਦੇ ਜਵਾਬ ਦੇਵੋ। ਮਿਹਰਬਾਨ ਦਿਆਲੂ ਕਿਰਪਾਲੂ ਆਖਣ ਲੱਗੇ ਵੀ ਕਰੋ। ਆਖਣ ਲੱਗੇ ਕਿ ਤੁਸੀਂ ਸੰਸਾਰ ਤੇ ਕੀ ਕਰਨ ਆਏ ਹੋ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਿ ਅਸੀਂ ਸ਼ਬਦ ਦਾ ਪ੍ਰਕਾਸ਼ ਕਰਨ ਆਏ ਹਾਂ। ਅਸੀਂ ਸੰਸਾਰ ਨੂੰ ਭੁੱਲੇ ਸੰਸਾਰ ਨੂੰ ਸਹੀ ਮਾਰਗ ਦੇ ਉੱਤੇ ਪਾਉਣ ਵਾਸਤੇ ਆਏ ਹਾਂ, ਤੇ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਆਉਂਦੇ ਹੋ। ਤੇ ਆਖਣ ਲੱਗੇ ਵੀ ਤੁਸੀਂ ਗਿਆਨ ਕਿਹੜੀ ਚੀਜ਼ ਦਾ ਦੇਣ ਲੱਗੇ ਆਉਣ ਆਏ ਹੋ? ਆਖਣ ਲੱਗੇ ਇੱਕ ਅਕਾਲ ਪੁਰਖ ਦਾ। ਉਹ ਅਕਾਲ ਪੁਰਖ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਤੇ ਸਿੱਧ ਆਖਣ ਲੱਗੇ ਵੀ ਸਾਡੀਆਂ ਜੀ ਏਡੀਆਂ ਲੰਬਾ ਅਸੀਂ ਉਮਰਾਂ ਕੀਤੀਆਂ ਹੋਈਆਂ ਨੇ, ਅਸੀਂ ਤਾਂ ਬੜੇ ਪਵਿੱਤਰ ਹਾਂ, ਬੜੀ ਵਾਰ ਤੀਰਥਾਂ ਦੇ ਜਾ ਕੇ ਇਸ਼ਨਾਨ ਕੀਤੇ, ਅਸੀਂ ਬੜੇ ਜਪ ਤਪ ਕੀਤੇ ਨੇ, ਅਸੀਂ ਤਾਂ ਮੋਨੀ ਬਣ ਕੇ ਵੀ ਬੈਠ ਕੇ ਦੇਖ ਲਿਆ, ਤੇ ਅਸੀਂ ਤਾਂ ਇੱਕ ਧਾਰਾ ਜਿੱਦਾਂ ਇੱਕ ਆਸਨ ਬਹਿ ਕੇ ਬੜੀਆਂ ਲੰਬਾ ਸਮਾਂ ਗੁਜ਼ਾਰਨ ਕਰ ਲਿਆ। ਪਰ ਸਾਨੂੰ ਹੁਣ ਗਿਆਨ ਦੇਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ। ਸਤਿਗੁਰ ਆਖਣ ਲੱਗੇ ਵੀ ਸਹੀ ਆ, ਤੁਸੀਂ ਇਹ ਸਭ ਕੁਝ ਕੀਤਾ ਹੈ, ਪਰ ਮੇਰੇ ਇੱਕ ਗੱਲ ਦਾ ਜਵਾਬ ਦੇ ਦਿਓ, ਕਿ ਤੁਹਾਡਾ ਉਹ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ? ਕਿ ਤੁਹਾਡੇ ਅੰਦਰ ਜਿਹੜਾ ਮੈਂ ਦੇਖ ਰਿਹਾ ਕ੍ਰੋਧ, ਅਹੰਕਾਰ ਤੇ ਹਉਮੈ ਦੇ ਵੱਡੇ ਰੋਗ ਨੇ, ਦੀਰਘ ਰੋਗ ਨੇ, ਇਹ ਦੂਰ ਹੋ ਗਏ? ਕਿ ਤੁਹਾਡੇ ਮਨ ਦੀ ਮੈਲ ਲੈ ਗਈ? ਤਾਂ ਹੁਣ ਇਹ ਸੋਚਾਂ ਦੇ ਵਿੱਚ ਪੈ ਗਏ। ਤਾਂ ਸਤਿਗੁਰਾਂ ਨੇ ਨਾਲ ਹੀ ਸਵਾਲ ਕਰ ਦਿੱਤਾ। ਆਖਣ ਲੱਗੇ ਹੁਣ ਤੁਸੀਂ ਸਾਨੂੰ ਦੱਸੋ, ਤੁਸੀਂ ਕਿਹੜੇ ਮੰਤਰ ਦਾ ਇੱਥੇ ਬੈਠ ਕੇ ਜਾਪ ਕਰਦੇ ਹੋ? ਤਾਂ ਉਹਨਾਂ ਸਮਿਆਂ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਓਮ ਬਹੁਤ ਪ੍ਰਚਲਿਤ ਹੋਇਆ ਕਰਦੇ ਸੀ। ਅੱਜ ਵੀ ਵੈਸੇ ਓਮ ਬਹੁਤ ਪ੍ਰਚਲਿਤ ਹੈ। ਤੇ ਸਤਿਗੁਰਾਂ ਨੂੰ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਓਮ ਦਾ ਜਾਪ ਕਰਦੇ ਹਾਂ, ਸਤਿਗੁਰੂ ਆਖਣ ਲੱਗੇ ਵੀ ਤੁਸੀਂ ਤਾਂ 33 ਕਰੋੜ ਦੇਵਤੇ ਦੇ ਪੂਜਣ ਵਾਲੇ ਹੋ, 9 ਕਰੋੜ ਦੁਰਗਾ ਹੈ, ਪਰ ਜਿਨ੍ਹਾਂ ਦਾ ਤੁਹਾਨੂੰ ਸ਼ਾਇਦ ਨਾਮ ਵੀ ਨਾ ਜਾਂਦੇ ਹੋਣ, ਪਰ ਤੁਸੀਂ ਓਮ ਦਾ ਇਕੱਲਾ ਹੀ ਕਿਉਂ ਕਰ ਰਹੇ ਹੋ? ਤਾਂ ਇਹਨਾਂ ਦਾ ਜਿਹੜਾ ਮੁਖੀਆ ਸੀ ਨਾ ਸਿੱਧਾਂ ਦਾ, ਉਹ ਆਖਣ ਲੱਗਾ ਓਮ ਦਾ ਜਾਪ ਇਸ ਕਰਕੇ ਅਸੀਂ ਕਰਦੇ ਹਾਂ ਕਿ ਇਹਦੇ ਵਿੱਚ 3 ਦੇਵਤੇ ਆਉਂਦੇ ਨੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ, ਜਿਹਨੂੰ ਮਹੇਸ਼ ਵੀ ਆਖਿਆ ਗਿਆ ਹੈ। ਆਖਣ ਲੱਗੇ ਫਿਰ ਇਹ 3 ਦੇਵਤੇ ਕਿਉਂ? ਤੇ ਨਿਰੰਕਾਰ ਨੂੰ ਆਖਣ ਲੱਗੇ ਬ੍ਰਹਮਾ ਉਹ ਹੈ ਜੋ ਸੰਸਾਰ ਬਣਾ ਰਿਹਾ ਹੈ, ਸੰਸਾਰ ਦੀ ਉਤਪਤੀ ਕਰ ਰਿਹਾ ਹੈ। ਤੇ ਕਹਿੰਦੇ ਵੀ ਜਿਹੜਾ ਵਿਸ਼ਨੂੰ ਹੈ ਉਹ ਸੰਸਾਰ ਦੀ ਪ੍ਰਤਪਾਲਣਾ ਕਰ ਰਿਹਾ ਹੈ, ਭੋਜਨ ਦੇ ਰਿਹਾ ਹੈ, ਹੋਰ ਲੋੜ ਵਾਲੀਆਂ ਵਸਤੂਆਂ, ਲੋੜ ਅਨੁਸਾਰ ਵਸਤੂਆਂ ਦੇ ਰਿਹਾ। ਤਾਂ ਜਿਹੜਾ ਸ਼ਿਵ ਹੈ ਜਿਹਦਾ ਵੀ ਸਮਾਂ ਪੂਰਾ ਹੋ ਜਾਂਦਾ ਉੱਥੋਂ ਉਹਨੂੰ ਇੱਥੋਂ ਲੈ ਕੇ ਚਲੇ ਜਾਂਦਾ, ਮੌਤ ਦੇ ਘਾਟ ਉਤਾਰ ਦਿੰਦਾ, ਸੰਘਾਰ ਕਰ ਦਿੰਦਾ ਹੈ। ਸੋ ਅਸੀਂ ਇਸ ਤਿੰਨਾਂ ਨੂੰ ਹੀ ਇਹ ਓਮ ਦੇ ਵਿੱਚ ਰੱਖ ਕੇ ਉਸ ਨਾਲ ਤਿੰਨਾਂ ਦੀ ਹੀ ਅਸੀਂ ਆਰਾਧਨਾ ਕਰਦੇ ਹਾਂ। ਤੇ ਸਤਿਗੁਰੂ ਆਖਣ ਲੱਗੇ ਵੀ ਇਹਨਾਂ ਨੂੰ ਬਣਾਇਆ ਕਿਹਨਾਂ ਨੇ, ਕਿਸ ਤਰ੍ਹਾਂ ਇਸ ਸੰਸਾਰ ਦੇ ਉੱਤੇ ਆਏ? ਤਾਂ ਸਿੱਧਾ ਆਖਣ ਲੱਗੇ ਸਾਨੂੰ ਇਹਦਾ ਕੋਈ ਗਿਆਨ ਨਹੀਂ। ਤੇ ਹੁਣ ਨਿਰੰਕਾਰ ਨੂੰ ਉਹਨਾਂ ਨੇ ਸਵਾਲ ਕੀਤਾ। ਆਖਣ ਲੱਗੇ ਕਿਰਪਾ ਕਰੋ, ਤੁਸੀਂ ਇੱਕ ਤਾਂ ਸਾਨੂੰ ਸਾਡੇ ਸਵਾਲ ਦਾ ਜਵਾਬ ਇਹ ਦੇਵੋ ਕਿ ਪਰਮਾਤਮਾ ਦਾ, ਅਕਾਲ ਪੁਰਖ ਦਾ ਕੀ ਰੂਪ ਹੈ, ਕੀ ਰੰਗ ਹੈ, ਔਰ ਕਿਸ ਤਰ੍ਹਾਂ ਉਹਨੂੰ ਮਿਲਿਆ ਜਾ ਸਕਦਾ ਹੈ, ਤੇ ਉਹ ਕਰ ਕੀ ਰਿਹਾ ਹੈ? ਇਹ 3 ਬਚਨ ਜਿਸ ਵੇਲੇ ਕੀਤੇ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਹਾਡਾ ਸਵਾਲ ਪੂਰਾ ਹੋ ਗਿਆ? ਉਹ ਕਹਿੰਦੇ ਹਾਂਜੀ। ਹੁਣ ਇਹਨਾਂ ਨੂੰ ਸਿੱਧਾ ਨੂੰ ਇਹ ਪੂਰਾ ਵਿਸ਼ਵਾਸ ਸੀ, ਕਿਉਂਕਿ ਇਹਨਾਂ ਨੇ ਪਹਿਲਾਂ ਵੀ ਬਹੁਤ ਧਰਮ ਦੇ ਜਿਹੜੇ ਮੁਖੀ ਸਨ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਵਿਚਾਰ ਕੀਤੇ ਹੋ ਸਨ, ਪਰ ਇਹਨਾਂ ਨੂੰ ਵੀ ਇਹ ਪੂਰਾ ਯਕੀਨ ਸੀ ਵੀ ਇਹ ਵੀ ਜਿਹੜਾ ਅਕਾਲ ਪੁਰਖ ਰੂਪ ਹੈ, ਨਿਰੰਕਾਰ ਸੰਸਾਰ ਤੇ ਹੈ, ਜਿਹਨੂੰ ਅਸੀਂ ਪਛਾਣਦੇ ਨਹੀਂ, ਇਹ ਵੀ ਸਾਡੇ ਸਵਾਲਾਂ ਦਾ ਜਵਾਬ ਦੇ ਨਹੀਂ ਸਕੇਗਾ, ਇਹ ਵੀ ਸਾਡਾ ਹੀ ਚੇਲਾ ਬਣ ਕੇ ਇੱਥੋਂ ਜਾਵੇਗਾ। ਸਤਿਗੁਰ ਕਹਿੰਦੇ ਪਹਿਲਾਂ ਅਸੀਂ ਓਮ ਤੋਂ ਹੀ ਸ਼ੁਰੂ ਕਰਾਂਗੇ। ਨਿਰੰਕਾਰ ਕਹਿੰਦੇ ਇੱਕ ਓਂਕਾਰ। ਹੁਣ ਇੱਕ ਓਮ ਨੂੰ 3 ਰੂਪਾਂ ਦੇ ਵਿੱਚ ਬਦਲ ਦਿੱਤਾ ਮਾਲਕ ਸੱਚੇ ਪਾਤਸ਼ਾਹ ਨੇ। ਜਦੋਂ ਇੱਕ ਆਖਿਆ
ਤੇ ਜਿਸ ਵੇਲੇ ਸਿੱਧਾਂ ਨੂੰ ਆਖਣ ਲੱਗੇ ਇੱਕ ਅਕਾਲ ਪੁਰਖ ਇਹ ਤਿੰਨਾਂ ਦੇਵਤਿਆਂ ਨੂੰ ਦਾ ਕਰਤਾ ਹੈ, ਇਹਨਾਂ ਤਿੰਨਾਂ ਦੇਵਤਿਆਂ ਨੂੰ ਸੰਸਾਰ ਦੇ ਉੱਤੇ ਭੇਜਣ ਵਾਲਾ ਉਹ ਹੈ। ਜਦੋਂ ਦੀ ਸ੍ਰਿਸ਼ਟੀ ਬਣ ਚੁੱਕੀ ਹੈ ਸਿੱਧੋ, ਪਤਾ ਨਹੀਂ ਕਿੰਨੀ ਕੁ ਵਾਰ ਇਸ ਸੰਸਾਰ ਤੇ ਆ ਚੁੱਕੇ ਨੇ ਤੇ ਕਿੰਨੀ ਵਾਰ ਇਸ ਸੰਸਾਰ ਤੋਂ ਜਾ ਚੁੱਕੇ ਨੇ। ਗੁਰਬਾਣੀ ਦੇ ਵਿੱਚ ਗਾਂਹ ਜਾ ਕੇ ਇਹਦਾ ਗਿਆਨ ਜ਼ਰੂਰ ਆਪਾਂ ਨੂੰ ਪ੍ਰਾਪਤ ਹੋਏਗਾ। ਇਸ ਕਰਕੇ ਕਹਿੰਦੇ ਵੀ ਉੱਤੇ ਲਾਤੀ ਕਾਰ ਲਾਉਣ ਦੇ ਨਾਲ ਹੀ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸਾਬਤ ਕਰ ਦਿੱਤਾ, ਸਬੂਤ ਦੇ ਦਿੱਤਾ ਕਿ ਆਹ ਸੰਸਾਰ ਦੇ ਉੱਤੇ ਜੋ ਵੀ ਪ੍ਰਕਿਰਤੀ ਹੈ, ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਇਹ ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦਾ ਹੀ ਬਣਾਇਆ ਹੋਇਆ ਹੈ। ਉਹ ਇੱਕ ਹੀ ਹੈ ਜਿਸ ਦੀ ਸਾਰੀ ਕਿਰਤ ਹੈ। ਅਗਾਂਹ ਚੱਲ ਕੇ ਗੁਰੂ ਕਿਰਪਾ ਕਰਦੇ ਨੇ, ਕਹਿੰਦੇ ਨੇ ਸਤਨਾਮ ਉਹ ਸਦਾ ਅਟਲ ਸੱਚਾਈ ਵਾਲਾ ਉਸਦਾ ਨਾਮ ਹੈ ਤੇ ਆਪ ਵੀ ਸਭ ਤੋਂ ਉੱਚਾ ਤੇ ਸੁੱਚਾ ਨਿਰੰਕਾਰ ਹੈ। ਕਰਤਾ ਪੁਰਖ ਉਹ ਜੀਵਨ ਕਾਲ ਦੇ ਵਿੱਚ ਜਦੋਂ ਵੀ ਸੰਸਾਰ ਦੇ ਉੱਤੇ ਜੀਵ ਆਉਂਦਾ, ਉਦੋਂ ਤੋਂ ਲੈ ਕੇ ਅੰਤ ਦੇ ਸਮੇਂ ਤੱਕ ਉਸ ਦੀ ਰਖਵਾਲੀ ਕਰਨ ਵਾਲਾ ਉਹ ਅਕਾਲ ਪੁਰਖ ਹੈ। ਨਿਰਭਉ ਉਸ ਨੂੰ ਕਿਸੇ ਵੀ ਵਸਤੂ ਦਾ ਡਰ ਨਹੀਂ, ਨਿਰਵੈਰ ਉਹਦਾ ਕਿਸੇ ਦੇ ਨਾਲ ਵੀ ਵੈਰ ਨਹੀਂ। ਡਰੇ ਤੇ ਡਰਾਵੇ ਤਾਂ ਜੇ ਕੋਈ ਉਹਦੇ ਵਰਗਾ ਦੂਜਾ ਹੋਵੇ, ਪਰ ਨਿਰੰਕਾਰ ਤਾਂ ਆਪ ਇੱਕ ਨੇ। ਸੋ ਇਸ ਕਰਕੇ ਨਾ ਉਹ ਕਿਸੇ ਨੂੰ ਭੈ ਦਿੰਦੇ ਨੇ ਤੇ ਨਾ ਹੀ ਕਿਸੇ ਦਾ ਭੈ ਉਹ ਮੰਨਦੇ ਨੇ। ਜਿਸ ਵੇਲੇ ਇੱਥੇ ਪਹੁੰਚੇ ਤੇ ਫਿਰ ਅਗਾਂਹ ਜਾ ਕੇ ਕਹਿੰਦੇ ਨੇ ਫਿਰ ਉਹਦਾ ਰੂਪ ਕਹਿੰਦੇ ਅਕਾਲ ਮੂਰਤ। ਹੁਣ ਜੇ ਆਪਾਂ ਐੜਾ ਪਰੇ ਕਰ ਦੇਵਾਂਗੇ ਇਹ ਬਣ ਜਾਏਗਾ ਕਾਲ। ਕਾਲ ਕਹਿੰਦੇ ਨੇ ਸਮੇਂ ਨੂੰ ਵੀ ਤੇ ਮੌਤ ਨੂੰ ਵੀ। ਤੇ ਸਤਿਗੁਰ ਸੱਚੇ ਪਾਤਸ਼ਾਹ ਆਖਣ ਲੱਗੇ ਉਹ ਅਕਾਲ ਹੈ, ਇਹ ਕਾਲ ਨੂੰ ਦਾ ਬਣਾਉਣ ਵਾਲਾ। ਕਾਲ ਅਕਾਲ ਖਸਮ ਕਾ ਕੀਨਾ, ਕਾਲ ਨੂੰ ਬਣਾਉਣ ਵਾਲਾ ਉਹ ਆਪ ਹੈ। ਪਰ ਆਪ ਖੁਦ ਸਮੇਂ ਦੇ ਅਧੀਨ ਨਹੀਂ ਤੇ ਮੌਤ ਦਾ ਉਸ ਨੂੰ ਕੋਈ ਡਰ ਭੈ ਨਹੀਂ ਹੈ। ਮੌਤ ਉਹਦੇ ਉੱਤੇ ਤੇ ਸਮਾਂ ਉਹਦੇ ਉੱਤੇ ਲਾਗੂ ਨਹੀਂ ਹੁੰਦਾ, ਕਿਉਂਕਿ ਉਹ ਆਪ ਖੁਦ ਅਕਾਲ ਨੇ, ਸਦਾ ਥਿਰ ਰਹਿਣ ਵਾਲੇ ਨੇ। ਮੂਰਤ ਵੀ ਉਸ ਦਾ ਰੂਪ ਇਹ ਹੈ। ਤੇ ਨਾਲ ਕਹਿੰਦੇ ਫਿਰ ਕਹਿੰਦੇ ਜੁਨੀ ਸਹਿਭੰਗ ਉਹ ਅਕਾਲ ਪੁਰਖ ਜੂਨਾਂ ਦੇ ਵਿੱਚ ਨਹੀਂ ਆਉਂਦਾ। ਉਹਦੀ ਕੋਈ ਮਾਂ ਨਹੀਂ, ਕੋਈ ਉਸਦਾ ਬਾਪ ਨਹੀਂ, ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ। ਇਸ ਕਰਕੇ ਉਹ ਅਜੂਨੀ ਹੈ, ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸਹਿਭੰਗ ਸੁਦੇ ਸੁਧ ਆਪਣੇ ਆਪ ਤੋਂ ਹੀ ਉਹ ਪ੍ਰਗਟ ਹੋਇਆ ਹੈ। ਪ੍ਰਕਾਸ਼ ਉਸਦਾ ਸੁਦੇ ਸੁਧ ਹੋਇਆ ਹੈ, ਆਪਣੇ ਆਪ ਤੋਂ ਆਪ ਹੀ ਖੁਦ ਪ੍ਰਗਟ ਹੋਏ ਨੇ। ਹੁਣ ਗੁਰਬਾਣੀ ਦੇ ਵਿੱਚ ਜਾ ਕੇ ਆਪਾਂ ਨੂੰ ਇਹ ਵੀ ਗਿਆਨ ਆ ਜਾਏਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋਤ ਰੂਪੀ ਹਰਿ ਆਪ ਗੁਰੂ ਨਾਨਕ ਕਹਾਇਓ। ਜੋਤ ਰੂਪੀ ਅਕਾਲ ਪੁਰਖ ਨਿਰੰਕਾਰ ਦੀ ਇਹ ਮਾਇਆ ਹੀ ਸੀ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸਰੀਰ ਧਾਰਨ ਕੀਤਾ। ਮਾਇਆ ਦੇ ਮਾਲਕ ਵੀ ਉਹ ਆਪ ਨੇ, ਮਾਇਆ ਦੇ ਪਤੀ ਵੀ ਉਹ ਆਪ ਨੇ। ਇਹ ਉਹਦੀਆਂ ਖੇਡਾਂ ਉਹੀ ਨਿਰੰਕਾਰ ਸੱਚੇ ਪਾਤਸ਼ਾਹ ਜਾਣਦੇ ਨੇ। ਹੁਣ ਇਹ ਜਦੋਂ ਸਭ ਕੁਝ ਇਹਨਾਂ ਨੂੰ ਗੁਰੂ ਨਿਰੰਕਾਰ ਨੇ ਦੱਸਿਆ, ਇਹਨਾਂ ਨੂੰ ਥੋੜਾ ਜਿਹਾ ਇਹ ਵਿਸ਼ਵਾਸ ਆਇਆ ਵੀ ਇਹ ਸੱਚਮੁੱਚ ਹੀ ਸਾਡੇ ਜਿਹੜੇ ਸਵਾਲ ਕੀਤੇ ਹੋਏ ਨੇ ਉਹਨਾਂ ਦਾ ਜਵਾਬ ਸਹੀ ਹੈ। ਪਰ ਇਹ ਕਿੱਥੇ ਈਨ ਮੰਨਣ ਵਾਲੇ ਸਨ। ਇਹਨਾਂ ਨੇ ਉਸੇ ਵੇਲੇ ਸਵਾਲ ਕਰ ਦਿੱਤਾ ਵੀ ਤੁਸੀਂ ਕਹਿੰਦੇ ਹੋ ਵੀ ਉਹ ਕਰਤਾ ਪੁਰਖ ਹੈ, ਇੱਕ ਪਾਸੇ ਤੁਸੀਂ ਕਹਿੰਦੇ ਹੋ ਉਹਦਾ ਰੂਪ ਕੋਈ ਨਹੀਂ, ਕੋਈ ਰੰਗ ਨਹੀਂ ਹੈ, ਉਹ ਅਜੂਨੀ ਹੈ, ਤੇ ਦੂਸਰੇ ਪਾਸੇ ਕਹਿੰਦੇ ਹੋ ਤੁਸੀਂ ਪੁਰਖ ਹੋ। ਹੁਣ ਤੁਸੀਂ ਪੁਰਖ ਕਿਹੜੇ ਰੂਪ ਦੇ ਵਿੱਚ ਆਖਦੇ ਹੋ? ਤਾਂ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਇਹ ਸੰਸਾਰ ਦੀ ਬਣਤਰ ਹੈ, ਸੰਸਾਰ ਦੇ ਉੱਤੇ ਜੋ ਕੁਝ ਤੁਸੀਂ ਦੇਖ ਰਹੇ ਹੋ, ਇਹ ਸਾਰਿਆਂ ਦੇ ਵਿੱਚ ਉਹ ਕਰਤੇ ਦੀ ਜੋਤ ਹੀ ਵਰਤ ਰਹੀ ਹੈ। ਤੇ ਸਾਡੇ ਅੰਦਰ ਵੀ ਉਹਦੀ ਜੋਤ ਹੀ ਵਰਤ ਰਹੀ ਹੈ, ਜਿਹੜੀ ਆਤਮਾ ਆਪਾਂ ਕਹਿ ਦਿੰਦੇ ਹਾਂ ਔਰ ਜਿੰਦ ਵੀ ਕਹਿ ਦਿੰਦੇ ਹਾਂ। ਆਖਣ ਲੱਗੇ ਜੋ ਅਸੀਂ ਗਿਆਨ ਦੇਣਾ ਸੰਸਾਰ ਨੂੰ, ਗੁਰੂ ਨਾਨਕ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਇਹ ਬਚਨ ਕਹਿ ਰਹੇ ਨੇ, ਉਹ ਅਸੀਂ ਇਹ ਆਤਮਾ ਨੂੰ ਗਿਆਨ ਦੇਣਾ। ਆਹ ਜਿਹੜਾ ਬਾਹਰਲਾ ਮਿੱਟੀ ਦਾ ਬਣਿਆ ਹੋਇਆ ਸਰੀਰ ਹੈ, ਇਸ ਨੂੰ ਗਿਆਨ ਨੇ ਅੰਦਰ। ਜਿਹੜੀ ਆਤਮਾ ਹੈ ਇਹ ਇੱਕ ਔਰਤ ਰੂਪ ਦੇ ਵਿੱਚ ਹੈ। ਇਹ ਆਪਣੇ ਪਤੀ ਪਰਮਾਤਮਾ ਤੋਂ ਵਿਛੜ ਕੇ ਇੱਥੇ ਸੰਸਾਰ ਦੇ ਉੱਤੇ ਆਈ ਹੋਈ ਹੈ।
ਉਸ ਨੇ ਇਸ ਸੰਸਾਰ ਦੇ ਉੱਤੇ ਐਸੇ ਸ਼ੁਭ ਕਰਮ ਕਰਨੇ ਨੇ ਕਿ ਜਿਸ ਕਾਰਨ ਕਰਕੇ ਉਹਦਾ ਵਾਪਸ ਜਾ ਕੇ ਪਤੀ ਪ੍ਰਮਾਤਮਾ ਦੇ ਨਾਲ ਮੇਲ ਹੋ ਜਾਵੇ। ਇਸ ਕਰਕੇ ਅਸੀਂ ਇਸ ਆਤਮਾ ਨੂੰ ਇੱਕ ਔਰਤ ਰੂਪ ਦੇ ਵਿੱਚ ਹੀ ਦੇਖਦੇ ਹਾਂ, ਤੇ ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜਿਹੜਾ ਹੈ ਉਹ ਪੁਰਖ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇਹ ਉਚਾਰਨ ਕਰ ਦਿੱਤਾ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਵਾਹ, ਮਹਾਰਾਜ ਸੱਚੇ ਪਾਤਸ਼ਾਹ ਨੇ ਕੱਢ ਦਿੱਤੇ ਸਾਰੇ ਭੁਲੇਖੇ। ਕਹਿੰਦੇ ਠਾਕਰ ਏਕ ਸਵਾਈ ਨਾਰ, ਇੱਕੋ ਹੀ ਅਕਾਲ ਪੁਰਖ ਹੈ, ਇੱਕੋ ਹੀ ਸਾਰਿਆਂ ਦਾ ਖਸਮ ਹੈ। ਬਾਕੀ ਸਾਰੀਆਂ ਸੁਹਾਗਣਾ ਹੀ ਬਣਨ ਵਾਸਤੇ ਸੰਸਾਰ ਦੇ ਉੱਤੇ ਆਈਆਂ ਨੇ। ਕਹਿੰਦੇ ਸਭ ਘਟ ਭੋਗ ਵੈ ਅਲਪਤ ਰਹੇ, ਅਲਖਣਾ ਲਖਣਾ ਜਾਈ, ਗੁਰ ਪੂਰੇ ਵੇਖਾ ਲਿਆ, ਸਭ ਦੇ ਸੋਝੀ ਪਾਈ, ਪੁਰਖੈ ਸੇਵੈ ਸੈ ਪੁਰਖ ਹੋਵੈ, ਜਿਨ ਹਉਮੈ ਸ਼ਬਦ ਜਲਾਈ। ਕਹਿੰਦੇ ਜਿਹੜੇ ਵੇ ਇੱਥੇ ਆਣ ਕੇ ਬੰਦਗੀ ਕਰਦੇ ਨੇ, ਇੱਥੇ ਆਣ ਕੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਰੂਪ ਬਣਨ ਵਾਸਤੇ ਉਹਦੇ ਮਾਰਗ ਦੇ ਉੱਤੇ ਚੱਲਦੇ ਨੇ। ਕਹਿੰਦੇ ਵੇ ਉਹ ਪੁਰਖ ਜਿਹੜਾ ਹੈ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਲੈਂਦਾ, ਉਹਨਾਂ ਦੇ ਉੱਤੇ ਆਪਣੀ ਐਸੀ ਕਿਰਪਾ ਦ੍ਰਿਸ਼ਟੀ ਮਿਹਰ ਕਰਦਾ ਹੈ, ਉਹਨਾਂ ਨੂੰ ਆਪਣਾ ਹੀ ਰੂਪ ਬਣਾ ਲੈਂਦਾ ਹੈ। ਸੋ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਬਚਨ ਉਚਾਰਨ ਕੀਤੇ ਤਾਂ ਉਹਨਾਂ ਦਾ ਇਹ ਵੀ ਭੁਲੇਖਾ ਦੂਰ ਹੋ ਗਿਆ ਵੀ ਨਿਰੰਕਾਰ ਸੱਚੇ ਪਾਤਸ਼ਾਹ ਨੇ ਕਿਉਂ ਉਸ ਨੂੰ ਪੁਰਖ ਆਖਿਆ, ਤੇ ਸੰਸਾਰ ਨੂੰ ਵੀ ਇਸ ਦਾ ਗਿਆਨ ਦੇ ਦਿੱਤਾ। ਭਾਈ ਉਹ ਅਕਾਲ ਪੁਰਖ ਜਿਹੜਾ ਹੈ ਉਹੀ ਸਾਡਾ ਖਸਮ ਹੈ, ਉਹੀ ਸਾਡਾ ਸਭ ਕੁਛ ਹੈ। ਅਸੀਂ ਇਹਦੋਂ ਸੰਸਾਰ ਦੇ ਉੱਤੋਂ ਉਸ ਦੇ ਨਾਲ ਹੀ ਜਾ ਕੇ ਇੱਕ ਦਿਨ ਮਿਲ ਜਾਣਾ, ਸਾਡੀ ਜੋਤ ਉਹਦੇ ਵਿੱਚ ਰਲ ਜਾਵੇ। ਜੋਤੀ ਜੋਤ ਰਲੇ ਸੰਪੂਰਨ ਥੀਆ ਰਾਮ। ਤੇ ਉਹ ਜਿਹੜੀ ਅਰਦਾਸ ਹੈ ਸਾਡੀ, ਫਿਰ ਕੀ ਹੁੰਦਾ, ਗਾਹਾਂ ਨਿਰੰਕਾਰ ਜਿਹੜੀ ਬਾਣੀ ਉਚਾਰਨ ਕਰਦੇ ਨੇ ਜਪ, ਆਪਾਂ ਬਹੁਤ ਪਿਆਰ ਸਤਿਕਾਰ ਦੇ ਨਾਲ ਭਿੱਜ ਕੇ ਕਹਿੰਦੇ ਹਾਂ ਜਪ ਜੀ ਸਾਹਿਬ। ਪਰ ਕਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪੁਰਾਤਨ ਸਰੂਪ ਜਿਹੜੇ ਨੇ ਉਹਨਾਂ ਦੇ ਉੱਤੇ ਜਪ ਨਿਸ਼ਾਨ ਵੀ ਲਿਖਿਆ ਹੋਇਆ। ਨਿਸ਼ਾਨ ਹੁੰਦਾ ਮੋਹਰ। ਤੇ ਫਿਰ ਉੱਥੇ ਇਹ ਜਿਹੜਾ ਕਈ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਅਕਾਲ ਪੁਰਖ ਦੀ ਫਿਰ ਵਡਿਆਈ ਕੀਤੀ। ਕਹਿੰਦੇ ਇਸ ਦਾ ਨੂੰ ਕਹਿੰਦੇ ਨੇ ਤੇ ਸੰਸਾਰ ਨੂੰ ਗਿਆਨ ਦਿੰਦੇ ਨੇ ਕਿ ਆਦਿ ਸੱਚ। ਜਦੋਂ ਇਹ ਸੰਸਾਰ ਨਹੀਂ ਸੀ ਬਣਿਆ ਹੋਇਆ, ਇਸ ਸੰਸਾਰ ਨੂੰ ਬਣਾਉਣ ਵਾਸਤੇ ਮਾਲਕ ਨੇ ਗੁਰਬਾਣੀ ਦੇ ਵਿੱਚ ਗਿਆਨ ਆਵੇਗਾ ਕਿ 36 ਯੁੱਗ ਲਾਏ ਨੇ। 36 ਯੁੱਗ ਦੀ ਗੱਲ ਕੀਤੀ ਮਹਾਰਾਜ ਨੇ, ਪਰ ਜਿਹੜਾ ਇਹਦਾ ਪਸਾਉ ਬਣਾਇਆ ਇਹ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ ਹੀ ਮਾਲਕ ਸੱਚੇ ਪਾਤਸ਼ਾਹ ਨੇ ਸੰਸਾਰ ਤੇ ਹੋਰ ਸਾਰੇ ਜਿਹੜੇ ਬ੍ਰਹਮੰਡ ਨੇ ਬਣਾ ਦਿੱਤੇ। ਕਹਿੰਦੇ ਆਦਿ ਸੱਚ, ਜਦੋਂ ਮੁੱਢ ਤੋਂ ਹੀ ਉਹ ਅਟਲ ਸੱਚਾਈ ਵਾਲਾ ਆਪ ਖੁਦ ਇਹਦੇ ਸੰਸਾਰ ਦੇ ਉੱਤੇ ਵਰਤ ਰਿਹਾ ਸੀ। ਉਸ ਦਾ ਹੀ ਜੋਤ, ਉਸ ਦਾ ਹੀ ਹੁਕਮ ਸੰਸਾਰ ਦੇ ਉੱਤੇ, ਜਦੋਂ ਕਿ ਸੰਸਾਰ ਬਣਿਆ ਵੀ ਨਹੀਂ ਸੀ ਉਦੋਂ ਵੀ ਉਹ ਅਟਲ ਸੱਚਾਈ ਵਾਲਾ ਖੁਦ ਉੱਥੇ ਆਪ ਪ੍ਰਗਟ ਸੀ। ਜੁਗਾਦ ਸੱਚ, ਕਹਿੰਦੇ ਜਿਹੜਾ ਹੁਣ ਆਹ ਸਮਾਨ ਬੀਤ ਗਿਆ ਹੈ, 4 ਯੁੱਗ ਜਿਨ੍ਹਾਂ ਦੀ ਗੱਲ ਕੀਤੀ, ਦੁਆਪਰ, ਤ੍ਰੇਤਾ, ਸਤਯੁਗ, ਕਲਯੁਗ। ਕਹਿੰਦੇ ਇਹਨਾਂ ਸਮਿਆਂ ਦੇ ਵਿੱਚ ਵੀ ਉਹ ਅਟਲ ਸੱਚਾਈ ਵਾਲਾ ਆਪ ਹੀ ਵਰਤ ਰਿਹਾ ਹੈ ਵੀ ਸੱਚ। ਪਰ ਜਿਹੜਾ ਹੁਣ ਪ੍ਰੈਜ਼ੈਂਟ ਟਾਈਮ ਆ ਗਿਆ, ਸਿੱਧਾ ਨੂੰ ਕਹਿੰਦੇ ਹੁਣ ਵੀ ਜਿਹੜਾ ਇਸ ਵੇਲੇ ਉਹਦਾ ਹੀ ਹੁਕਮ, ਇਹ ਅਟਲ ਸੱਚਾਈ ਆ ਵੀ ਉਹਦਾ ਹੁਕਮ ਹੀ ਇਹ ਸੰਸਾਰ ਦੇ ਉੱਤੇ ਵਰਤ ਰਿਹਾ ਹੈ। ਤੇ ਨਾਨਕ ਹੋਸੀ ਵੀ ਸੱਚ। ਤੇ ਨਿਰੰਕਾਰ ਕਹਿੰਦੇ ਨੇ ਵੀ ਸਿੱਧੋ ਜੋ ਸੰਸਾਰ ਦੇ ਉੱਤੇ ਆਇਆ ਉਸਨੇ ਇੱਕ ਦਿਨ ਇੱਥੋਂ ਜਾਣਾ ਹੀ ਹੈ, ਕੂਚ ਕਰਨਾ ਹੀ ਹੈ। ਮਰਨ ਲਖਾਏ ਮੰਡਲ ਮੈਂ ਆਏ। ਕਹਿੰਦੇ ਠੀਕ ਹੈ, ਤੁਸੀਂ ਬੜੀਆਂ ਲੰਬੀਆਂ ਉਮਰਾਂ ਵਧਾ ਲਈਆਂ, ਬੜਾ ਤੁਹਾਡੇ ਅੰਦਰ ਕ੍ਰੋਧ, ਹੰਕਾਰ ਤੇ ਇਹ ਚੰਡਾਲ ਹਉਮੈ ਰੂਪ ਬੈਠੇ ਨੇ, ਪਰ ਇੱਕ ਦਿਨ ਆਉਣਾ ਤੁਹਾਨੂੰ ਵੀ ਇਦੋਂ ਸੰਸਾਰ ਤੋਂ ਕੂਚ ਕਰਨਾ ਹੀ ਪੈਣਾ ਹੈ। ਤੁਸੀਂ ਵੀ ਇੱਕ ਦਿਨ ਇਹ ਮਿੱਟੀ ਦੇ ਪੁਤਲੇ ਨੇ ਮਿੱਟੀ ਦੇ ਵਿੱਚ ਰਲ ਹੀ ਜਾਣਾ, ਪਰ ਉਦਣ ਵੀ ਉਹ ਅਟਲ ਸੱਚਾਈ ਜਿਹੜੀ ਹੈ, ਅਟਲ ਨਿਰੰਕਾਰ ਜਿਹੜਾ ਹੈ, ਉਹੀ ਉਹਦਾ ਹੀ ਹੁਕਮ ਵਰਤ ਰਿਹਾ ਹੋਵੇਗਾ। ਹੁਣ ਮੈਂ ਕਿੱਥੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਸ ਵੇਲੇ ਆਪਾਂ ਨੂੰ ਇਹ ਗੁਰਬਾਣੀ ਦੇ ਵਿੱਚੋਂ ਆਪਾਂ ਨੂੰ ਗਿਆਨ ਪ੍ਰਾਪਤ ਹੋਵੇਗਾ ਕਿ ਇਹ ਸਾਡਾ ਹੈ ਮੂਲ ਮੰਤਰ। ਬਹੁਤ ਗੁਰਮੁਖ ਪਿਆਰਿਆਂ ਦਾ ਇਹ ਕਥਨ ਹੈ ਕਿ ਮੂਲ ਮੰਤਰ ਗੁਰ ਪ੍ਰਸਾਦ ਤੱਕ ਹੈ, ਤੇ ਅਨੇਕਾਂ ਦਾ ਇਹ ਵੀ ਵਿਚਾਰ ਹੈ ਕਿ ਨਾਨਕ ਹੋਸੀ ਪੀ ਸੱਚ ਤੱਕ ਹੈ। ਖੈਰ
मैं किसी बहस दे विच जां किसी विचार दे विच नहीं पैना चाहुंदा, ना मैं अपना कोई हुक्म किसी दे उत्ते लागू करना चाहुंदा। मैं तो सिर्फ आप जी की सेवा करके आप जी दीयां खुशियां झोली दे विच पाउणियां चाहुंदा हां। गुरु महाराज सच्चे पातशाह ने गुरबाणी दे विच हुक्म लाया आपां नूं भी ये जिहड़ा मूल मंत्र है इसदा वध तो वध ये सारा संसार ही जाप करे। मालिक ने एक जीव नूं नहीं आख्या कि ये मैं ज्ञान तैनूं दे रहा हाँ, मालिक ने ये सारा ज्ञान सारे संसार नूं तिन्नां भवनां नूं 84 ਲੱਖ ਜੂਨ ਨੂੰ ਦਿੱਤਾ ਹੈ। ਤੇ ਜਿਸ ਵੇਲੇ ਮਾਲਕ ਸੱਚੇ ਪਾਤਸ਼ਾਹ ਦਾ ਇਹ ਆਪਾਂ ਜਾਪ ਕਰਾਂਗੇ, ਅਗਰ ਆਪ ਜੀ ਦਾ ਚਿੱਤ ਕਰਦਾ ਹੈ ਕਿ ਨਾਨਕ ਹੋਸੀ ਭੀ ਸੱਚ ਤੱਕ ਆਪ ਜੀ ਨੇ ਇਹਦਾ ਜਾਪ ਕਰਨਾ, ਰਚ ਕੇ ਕਰੋ। ਤੇ ਜੇ ਆਪ ਜੀ ਨੇ ਚਾਹੁੰਦਾ, ਤੁਹਾਡਾ ਮਨ ਕਹਿੰਦਾ ਵੀ ਅਸੀਂ ਗੁਰਪ੍ਰਸਾਦ ਤੱਕ ਕਰਨਾ, ਇੱਥੇ ਤੱਕ ਹੀ ਕਰੋ, ਪਰ ਕਰੋ ਜ਼ਰੂਰ। ਕਿਉਂਕਿ ਗੁਰਬਾਣੀ ਸਾਨੂੰ ਹੁਕਮ ਲਾਉਂਦੀ ਹੈ, ਸਾਨੂੰ ਜਾਚ ਸਿਖਾਉਂਦੀ ਵੀ ਆਪਾਂ ਜੀਵਨ ਦੇ ਵਿੱਚ ਇਹ ਜੀਵਨ ਕਾਲ ਦਾ ਸਮਾਂ, ਇਸ ਜੀਵਨ ਦੀ ਬਾਜੀ ਨੂੰ ਜਿੱਤ ਕੇ ਅਸੀਂ ਸੁਹਾਗਣ ਮਰ ਕੇ ਕਿੱਦਾਂ ਆਪਣੇ ਪਤੀ ਪਰਮਾਤਮਾ ਦੇ ਨਾਲ ਜਾ ਕੇ ਮਿਲਣਾ ਹੈ, ਕਿ ਸਾਡਾ ਇੱਥੇ ਸੰਸਾਰ ਤੇ ਆਉਣਾ ਜਾਣਾ ਖਤਮ ਹੋ ਜਾਵੇ। ਪਰ ਜਪੋ ਜ਼ਰੂਰ, ਕਰੋ ਜ਼ਰੂਰ, ਔਰ ਇੱਕ ਦੂਜੇ ਦੇ ਉੱਤੇ ਬਹਿਸ ਵਸਾਈਏ ਦੇ ਵਿੱਚ ਨਹੀਂ ਪੈਣਾ ਵੀ ਨਹੀਂ ਬਈ ਤੈਨੂੰ ਨਾਨਕ ਹੋਸੀ ਭਈ ਸਾਚੀ ਤੱਕ ਕਰਨਾ ਪੈਣਾ, ਜਾਂ ਤੈਨੂੰ ਗੁਰਪ੍ਰਸਾਦ ਤੱਕ ਨਹੀਂ, ਜਿੰਨੇ ਤੱਕ ਤੁਹਾਡਾ ਚਿੱਤ ਕਰਦਾ ਕਰੋ। ਕਿਉਂਕਿ ਬਾਣੀ ਅਸਲ ਵਿੱਚ ਸਭ ਤੋਂ ਜ਼ਿਆਦਾ ਗਿਆਨ ਸਾਨੂੰ ਕੱਲਿਆਂ ਨੂੰ ਦੇਵੇਗੀ। ਤੇ ਫਿਰ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਾ ਸਮਝਾ ਲਵਾਂਗੇ, ਆਪਣੇ ਆਪ ਨੂੰ ਨਾ ਸਮਝ ਲਵਾਂਗੇ, ਉਹਨਾਂ ਚਿਰ ਦੂਸਰਿਆਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ। ਤਾਂ ਹੀ ਮਹਾਰਾਜ ਕਹਿੰਦੇ ਪਹਿਲੇ ਮਨ ਪ੍ਰਬੋਧੋ ਆਪਣਾ, ਪਾਛੇ ਅਗਰ ਰਜਾਵੋ। ਔਰ ਜਦੋਂ ਅਸੀਂ ਇਹ ਜਾਪ ਕਰਾਂਗੇ, ਉਹ ਜਾਪ ਕਰਦਿਆਂ ਕਰਦੇ ਇੱਕ ਦਿਨ ਅਸੀਂ ਜਾਪ ਦਾ ਹੀ ਰੂਪ ਹੋ ਜਾਵਾਂਗੇ। ਜਦੋਂ ਅਸੀਂ ਵਾਹਿਗੁਰੂ ਮੰਤਰ ਜੋ ਹੈ ਨਿਰੰਕਾਰ, ਅਸਲ ਵਿੱਚ ਜਦੋਂ ਤੁਸੀਂ ਧਿਆਨ ਦੇ ਨਾਲ ਇਹ ਸੋਚੋਗੇ, ਵਾਹਿਗੁਰੂ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਜਦੋਂ 50 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਸਾਨੂੰ ਪ੍ਰਾਪਤ ਹੁੰਦੀ, ਸਾਨੂੰ ਵੀ ਉਸ ਵੇਲੇ ਗੁਰਮੰਤਰ ਦਿੱਤਾ ਜਾਂਦਾ। ਉਹ ਜਿਹੜਾ ਗੁਰਮੰਤਰ ਹੈ ਉਹ ਹੈ ਵਾਹਿਗੁਰੂ। ਜਦੋਂ ਉਹ ਵਾਹਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ, ਜੇ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਮੂਲ ਮੰਤਰ ਦਾ ਜਾਪ ਕਰਦੇ ਹਾਂ, ਵੱਧ ਤੋਂ ਵੱਧ ਸਮਾਂ ਲਾਉਂਦੇ ਹਾਂ, ਜਾਂ ਗੁਰਬਾਣੀ ਦੇ ਵਿੱਚੋਂ ਜਿਸਲੇ ਉਹ ਨਾਮ, ਜਿਸ ਨਾਮ ਬਾਰੇ ਨਿਰੰਕਾਰ ਨੇ ਬੇਅੰਤ ਬਾਰੇ ਮੋਹਰ ਲਾਈ ਹੈ, ਨਾਮ ਅੰਦਰੋਂ ਪ੍ਰਗਟ ਹੋਣਾ ਹੈ। ਵਾਹਿਗੁਰੂ ਮੰਤਰ ਹੈ, ਇਹ ਮੂਲ ਮੰਤਰ ਸਾਡਾ ਬੀਜ ਮੰਤਰ ਹੈ। ਸੋ ਜਿੰਨਾ ਵੀ ਇਹਦਾ ਅਸੀਂ ਜਾਪ ਕਰਾਂਗੇ, ਯਕੀਨ ਕਰਕੇ ਜਾਣੋ ਇਹ ਆਪਣਾ ਹੀ ਰੂਪ ਤੁਹਾਨੂੰ ਬਣਾ ਲੈਣਗੇ। ਫਿਰ ਉੱਥੇ ਜਾ ਕੇ ਸਾਨੂੰ ਇਹ ਗਿਆਨ ਹੋ ਜਾਏਗਾ ਕਿ ਪੁਰਖਿਆ ਸੇਵੈ ਸੈ ਪੁਰਖ ਹੋਵੇ, ਜਿਨ ਹਉਮੈ ਸ਼ਬਦ ਜਲਾਈ। ਤੇ ਸਾਡੇ ਅੰਦਰੋਂ ਜਿਹੜੀ ਹਉਮੈ ਹੈ, ਹਉਮੈ ਦੀਰਘ ਰੋਗ ਹੈ, ਇਹ ਦੂਰੀ ਰੋਗ ਜਿਹੜਾ ਹੈ, ਵੱਡਾ ਰੋਗ, ਭਿਆਨਕ ਰੋਗ ਜਿਹੜਾ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਖਤਮ ਹੋ ਜਾਏਗਾ। ਅਸੀਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਜਨ ਬਣ ਜਾਵਾਂਗੇ। ਸੋ ਇਸ ਕਾਰਨ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਆਪ ਜਾਪ ਕਰ ਸਕਦੇ ਹੋ, ਦਾਸ ਦੇ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਕਰੋ ਭਾਈ, ਨਿਰਸ਼ੰਕਾ ਹੋ ਕੇ ਕਰੋ। ਦੂਸਰੀ ਬੇਨਤੀ ਮੇਰੀ ਇਹ ਆ ਕਿ ਨਾ ਮੈਂ ਕੋਈ ਵਿਦਵਾਨ ਹਾਂ, ਨਾ ਮੈਂ ਕੋਈ ਗਿਆਨੀ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਪਰ ਇਹਦੇ ਵਿੱਚ ਜਿਹੜੀਆਂ ਭੁੱਲਾਂ ਹੋਣਗੀਆਂ ਮੇਰੀਆਂ, ਉਹ ਆਪਣੇ ਹਿਰਦੇ ਦੇ ਵਿੱਚ ਨਾ ਵਸਾਇਓ, ਕਿਉਂ ਅਨੇਕਾਂ ਹੋਣੀਆਂ ਨੇ, ਬਾਣੀ ਗਾਧ ਬੋਧ ਹੈ, ਹਿਰਦੇ 'ਚ ਨਾ ਵਸਾਇਓ। ਸਗਾ ਮੇਰੇ ਉੱਤੇ ਇੱਕ ਕਿਰਪਾ ਕਰਿਓ। ਸਾਰਿਆਂ ਦੇ ਕੋਲ ਮੇਰਾ ਤਕਰੀਬਨ ਟੈਲੀਫੋਨ ਨੰਬਰ ਹੈ, ਔਰ ਮੈਨੂੰ ਸੁਚੇਤ ਕਰਿਓ, ਮੈਨੂੰ ਸਗਾ ਤੁਸੀਂ ਆਪ ਸੁਚੇਤ ਕਰਿਓ ਵੀ ਇੱਥੋਂ ਤੁਸੀਂ ਗਲਤ ਹੋ ਗਿਆ, ਕਿ ਗਾਹਾਂ ਅਸੀਂ ਗਲਤੀ ਨਾ ਕਰ ਸਕੀਏ। ਪਰ ਐਸਾ ਨਾ ਹੋਵੇ ਕਿ ਜਿਸ ਤਰ੍ਹਾਂ ਦਾ ਅੱਜ ਸੰਸਾਰ ਬਣਦਾ ਜਾ ਰਿਹਾ ਹੈ, ਅਸੀਂ ਦੂਸਰਿਆਂ ਦੇ ਔਗਣੇ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਫਿਰ ਉਹਨਾਂ ਦਾ ਖਲਾਰਾ ਅਸੀਂ ਉਹਨਾਂ ਨੂੰ ਵਧਾ ਚੜ੍ਹਾ ਕੇ ਉਹ ਨਿੰਦਿਆ ਦੇ ਵਿੱਚ ਆਪਣਾ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨਿੰਦਿਆ ਸਤਿਗੁਰ ਸੱਚੇ ਪਾਤਸ਼ਾਹ, ਈਰਖਾ ਜਿਹੜੀ ਹੈ, ਇਹ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਗੁਰਸਿੱਖ ਨੂੰ ਮਨਾਹੀ ਦਿੰਦੇ ਨੇ ਕਿ ਮਨਾਹ ਹੈ, ਤੈਂ ਨਹੀਂ ਕਿਸੇ ਦੀ ਨਿੰਦਿਆ ਕਰਨੀ, ਤੈਂ ਕਿਸੇ ਦੀ ਚੁਗਲੀ ਨਹੀਂ ਕਰਨੀ, ਤੈਂ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ। ਇਹ ਜਾ ਕੇ ਕਹਾਂ ਸਾਰਾ ਆਪਾਂ ਨੂੰ ਪੂਰਾ ਗੁਰੂ ਜੀ ਗਿਆਨ ਦੇਣਗੇ। ਜਿੱਦਾਂ ਜਿੱਦਾਂ ਆਪਾਂ ਕੁਝ ਨਾ ਕੁਝ ਗੁਰੂ ਗ੍ਰੰਥ ਸਾਹਿਬ ਚੋਂ ਕਿਣਕਾ ਕੋਈ ਚੱਕ ਕੇ ਆਪਣੇ ਹਿਰਦੇ ਦੇ ਵਿੱਚ ਵਸਾ ਲਵਾਂਗੇ, ਉਸੇ ਤਰ੍ਹਾਂ ਫਿਰ ਕੀ ਹੋਏਗਾ, ਆਪਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਗਿਆਨ ਹੁੰਦਾ ਜਾਏਗਾ।
ਹੁਣ ਕੁਝ ਆਸਣ ਨੇ, ਕੁਝ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸਿੱਧਾਂ ਦੇ ਦੇਖੇ ਹੋਏ ਕੀਤੇ ਹੋਏ ਕਰਮ ਸਨ, ਉਹਨਾਂ ਨੂੰ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਬਿਆਨ ਕਰਨ ਲੱਗੇ ਨੇ। ਸਤਿਗੁਰ ਕਹਿੰਦੇ ਨੇ ਸਿੱਧੋ, ਹੁਣ ਅਸੀਂ ਤੁਹਾਨੂੰ ਇਹ ਕਹਿਣ ਲੱਗੇ ਹਾਂ ਕਿ ਤੁਸੀਂ ਕਿਹਾ ਭਈ ਤੁਸੀਂ ਬੇਅੰਤ ਵਾਰੀ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ, ਤੁਹਾਡੀ ਦੇਹ ਬੜੀ ਪਵਿੱਤਰ ਹੈ। ਤੇ ਮਹਾਰਾਜ ਕਹਿੰਦੇ ਨਾ ਵੀ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਕਹਿੰਦੇ ਭਾਵੇਂ ਲੱਖਾਂ ਵਾਰ ਇਸ ਸੱਤੇ ਸਮੁੰਦਰ ਵੀ ਇਸ਼ਨਾਨ ਕਰੀ ਚੱਲੋ, ਤੀਰਥਾਂ ਦੀ ਤਾਂ ਗੱਲ ਹੀ ਇੱਕ ਪਾਸੇ, ਕੀ ਤੁਹਾਡੇ ਅੰਦਰ ਦੀ ਮੈਲ, ਤੁਹਾਡੇ ਮਨ ਦੀ ਮੈਲ ਰਹਿ ਗਈ? ਕੀ ਤੁਹਾਡਾ ਮਿਲਾਪ ਉਹ ਅਕਾਲ ਪੁਰਖ ਨਾਲ ਹੋ ਗਿਆ? ਜੇ ਨਹੀਂ ਹੋਇਆ ਤੇ ਜਿੰਨੇ ਮਰਜ਼ੀ ਇਸ਼ਨਾਨ ਕਰੀ ਜਾਵੋ ਸਭ ਬੇਅਰਥ ਨੇ। ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਜਿੰਨਾ ਮਰਜ਼ੀ ਚੁੱਪ ਹੋ ਕੇ, ਕਹਿੰਦੇ ਨੇ ਕਿ ਚੁੱਪ ਹੋ ਕੇ ਮੋਨੀ ਬਣ ਕੇ ਇੱਕ ਆਸਣ ਬੈਠ ਕੇ ਜਿੰਨਾ ਮਰਜ਼ੀ ਸਮਾਂ ਲਾਈ ਚੱਲਿਓ, ਪਰ ਕੀ ਤੁਹਾਡਾ ਜਿਹੜਾ ਅੰਦਰਲਾ ਮਨ ਹੈ ਇਹ ਚੁੱਪ ਹੋ ਗਿਆ? ਕੀ ਤੁਹਾਡੇ ਚੁੱਪ ਰਹਿਣ ਦੇ ਨਾਲ ਇਹ ਸੰਸਾਰ ਤੋਂ ਤੇ ਪਰਿਵਾਰ ਤੋਂ ਦੂਰ ਰਹਿ ਕੇ ਕੀ ਤੁਹਾਨੂੰ ਉਹ ਅਕਾਲ ਪੁਰਖ ਪਰਮਾਤਮਾ ਮਿਲ ਗਿਆ? ਤੇ ਨਾਲ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਤੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਭੁੱਖਿਆਂ ਭੁੱਖ ਨਾ ਉਤਰੀ, ਭੁੱਖਾਂ ਦੋ ਤਰ੍ਹਾਂ ਦੀਆਂ ਨੇ ਗੁਰੂ ਕੇ ਪਿਆਰੇ। ਇੱਕ ਤਾਂ ਇਹ ਤਨ ਦੀ ਭੁੱਖ ਹੈ ਤੇ ਇੱਕ ਜਿਹੜੀ ਸਾਡੀ ਤ੍ਰਿਸ਼ਨਾ ਦੀ ਭੁੱਖ ਹੈ। ਜਿੰਨਾ ਮਰਜ਼ੀ ਧਨ ਦੀਆਂ ਅਸੀਂ ਗਠੜੀਆਂ ਬੰਨ੍ਹ ਕੇ ਸਾਹਮਣੇ ਰੱਖ ਲਈਏ, ਸਾਡੀ ਤ੍ਰਿਸ਼ਨਾ ਦੀ ਭੁੱਖ ਨਹੀਂ ਖਤਮ ਹੁੰਦੀ, ਉਹ ਵੱਧਦੀ ਜਾਂਦੀ ਹੈ। ਕਹਿੰਦੇ ਬਲਦੀ ਹੋਈ ਅੱਗ ਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਏ ਚਲੋ, ਉਹ ਕਦੀ ਅੱਗ ਬੁਝਦੀ ਨਹੀਂ। ਇਸੇ ਤਰ੍ਹਾਂ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਧਨ ਦੌਲਤ ਇਕੱਠੀ ਕਰਕੇ ਰੱਖ ਲਈਏ। ਦੂਜੀ ਸਾਡੀ ਤਨ ਦੀ ਭੁੱਖ ਹੈ, ਉਹ ਵੀ ਜਿੱਦਾਂ ਦੇ ਮਰਜ਼ੀ ਰੋਜ਼ ਵੱਖਰੇ ਵੱਖਰੇ ਪਦਾਰਥ ਖਾਈ ਚਲੀਏ, ਕੋਈ 3 ਵਾਰੀ ਖਾਂਦਾ, ਕੋਈ 2 ਵਾਰੀ ਛਕਦਾ। ਕਹਿੰਦੇ ਵੀ ਉਹ ਭੁੱਖ ਮੁੜ ਕੇ ਫੇਰ ਆਣ ਕੇ ਲੱਗ ਜਾਂਦੀ ਹੈ। ਤਾਂ ਕਿਸੇ ਸਿਆਣੇ ਨੇ ਆਖਿਆ ਸੀ, ਕਹਿੰਦੇ ਭੁੱਖ ਦੇ ਵਿੱਚ ਤੇ ਮੌਤ ਦੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ? ਤਾਂ ਕਹਿੰਦੇ ਨੇ ਵੀ ਜਿਹੜੀ ਮੌਤ ਉਹ ਇੱਕ ਵਾਰ ਆਣ ਕੇ ਸਤਾਉਂਦੀ ਹੈ ਤੇ ਭੁੱਖ ਵਾਰ-ਵਾਰ ਆਣ ਕੇ ਸਤਾਉਂਦੀ ਹੈ। ਇਹ ਫਰਕ ਇਹਨਾਂ ਦੇ ਵਿੱਚ। ਤਾਂ ਇੱਥੇ ਮਹਾਰਾਜ ਕਹਿੰਦੇ ਨੇ ਵੀ ਤੁਸੀਂ ਸਾਰੇ ਸੰਸਾਰ ਦਾ ਜਿੰਨਾ ਮਰਜ਼ੀ ਭੋਜਨ ਇਕੱਠਾ ਕਰ ਲਓ, ਜਾਂ ਜਿਹੜੀ ਤੁਹਾਡੀ ਤ੍ਰਿਸ਼ਨਾ ਦੀ ਮਾਇਆ ਇਕੱਠੀ ਕਰ ਲਓ, ਤੁਹਾਡੀ ਇਹ ਜਿਹੜੀਆਂ ਬੰਨ ਕੇ ਪੰਡਾ ਰੱਖਿਆ, ਇਹਨਾਂ ਦੇ ਨਾਲ ਤੁਹਾਡੀ ਭੁੱਖ ਵੀ ਨਹੀਂ ਦੂਰ ਹੋਣੀ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਵੀ ਤੁਹਾਡੇ ਬੜੀਆਂ ਲੰਬੀਆਂ ਉਮਰਾਂ ਨੇ, ਤੁਹਾਡੇ ਕੋਲ ਬੇਅੰਤ ਅਣਗਿਣਤ ਸਹਿਸ ਹਜ਼ਾਰਾਂ ਹੀ ਤੁਹਾਡੇ ਕੋਲ ਸਿਆਣਪਾਂ ਨੇ, ਚਤੁਰਾਈਆਂ ਨੇ, ਜਿਨ੍ਹਾਂ ਦੇ ਨਾਲ ਤੁਸੀਂ ਇਸ ਸੰਸਾਰ ਦੀ ਭੋਲੀ ਭਾਲੀ ਜਨਤਾ ਨੂੰ ਭਰਮਾਂ ਦੇ ਵਿੱਚ ਪਾ ਰਹੇ ਹੋ। ਕਹਿੰਦੇ ਜਿੱਦਣ ਫਿਰ ਤੁਸੀਂ ਇੱਥੋਂ ਜਾਣਾ ਨਾ, ਇੱਕ ਵੀ ਤੁਹਾਡੇ ਨਾਲ ਨਹੀਂ ਜਾਣੀ। ਇਦੂ ਸੰਸਾਰ ਤੋਂ ਪਰਲੋਕ ਦੇ ਵਿੱਚ ਇੱਕ ਵੀ ਤੁਹਾਡੇ ਨਾਲ ਜਾਏਗੀ। ਤਾਂ ਹੁਣ ਸਿੱਧਾ ਨੇ ਜਦੋਂ ਇਹ 4 ਚੀਜ਼ਾਂ ਦੇਖੀਆਂ, ਤੇ ਮੈਂ ਕਈ ਵਾਰ ਅਨੁਭਵ ਕਰਦਾ ਹੁੰਦਾ ਵੀ ਇਹ ਸਿੱਧਾਂ ਦੇ ਨਾਲ ਜੀਵਨ ਕਾਲ ਦੇ ਵਿੱਚ ਸਮਾਂ ਉਹਨਾਂ ਨੇ ਜ਼ਰੂਰ ਇਹ ਚੀਜ਼ਾਂ ਦੇ ਉੱਤੇ ਲਾਇਆ ਹੋਏਗਾ। ਉਹਨਾਂ ਨੇ ਸੋਚ ਕੇ ਵੀ ਬੜਾ ਦੇਖਿਆ ਹੋਊਗਾ, ਬੜੇ ਇਸ਼ਨਾਨ ਕਰਕੇ ਵੀ ਦੇਖੇ ਹੋਣਗੇ, ਪਰ ਉਹਨਾਂ ਦੀ ਕੁਝ ਪ੍ਰਾਪਤੀ ਉਹਨਾਂ ਨੂੰ ਨਹੀਂ ਹੋਈ। ਤੇ ਉਹਨਾਂ ਨੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਮੋਨੀ ਜਨ ਬਣ ਕੇ ਚੁੱਪ ਬਹਿ ਕੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਬੜੇ ਲੰਬੇ ਸਮੇਂ ਇਹਨਾਂ ਨੇ ਲਾ ਕੇ ਦੇਖੇ ਹੋਣੇ, ਪਰ ਇਹਨਾਂ ਨੂੰ ਫਿਰ ਵੀ ਪ੍ਰਾਪਤੀ ਕੋਈ ਨਾ ਹੋਈ। ਤੇ ਗੁਰੂ ਨਿਰੰਕਾਰ ਤਾਂ ਘੱਟ ਕੇ ਜਾਣਨ ਵਾਲੇ ਨੇ, ਉਹ ਤਾਂ ਅੰਦਰ ਦੀ ਤਾਂ ਬਾਹਰ ਦੀ ਵੀ ਜਾਣਦੇ ਨੇ। ਤੇ ਬੜੇ ਤਰ੍ਹਾਂ ਦੇ ਇਹਨਾਂ ਨੇ ਭੋਜਨ ਵੀ ਖਾਦੇ ਹੋਣਗੇ, ਬੜੇ ਤਰ੍ਹਾਂ ਦੇ ਇਹਨਾਂ ਨੇ ਸਾਰੇ ਸੰਸਾਰ ਦੀ ਮਾਇਆ ਵੀ ਇਕੱਠੀ ਕਰਕੇ ਮੋਹਰੇ ਰੱਖੀ ਹੋਗੀ, ਪਰ ਇਹਨਾਂ ਦੀ ਤ੍ਰਿਸ਼ਨਾ ਤੇ ਭੁੱਖ ਦੂਰ ਨਹੀਂ ਹੋਈ। ਤੇ ਇਹਨਾਂ ਦੇ ਕੋਲ ਸਿਆਣਪਾਂ ਵੀ ਬਹੁਤ ਸਨ, ਬੜਾ ਇਹਨਾਂ ਨੇ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ ਸੀ। ਪਰ ਜਦੋਂ ਨਿਰੰਕਾਰ ਨੇ ਕਹਿ ਦਿੱਤਾ ਵੀ ਇਹ ਜਿਹੜੀ ਤੁਹਾਡੀ ਸਿਆਣਪ ਇਹ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਣੀ, ਤਾਂ ਹੁਣ ਇਹ ਕਹਿੰਦੇ ਨੇ ਵੀ ਸਾਡੇ ਤੇ ਹੁਣ ਕਿਰਪਾ ਕਰੋ। ਨਿਰੰਕਾਰ ਨੂੰ ਕਹਿੰਦੇ ਨੇ ਵੀ ਅਸੀਂ ਕਿਸ ਤਰ੍ਹਾਂ ਉਹ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਸਕਦਾ। ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ। ਕਹਿੰਦੇ ਕਿਸ ਤਰ੍ਹਾਂ ਅਸੀਂ ਸਚਿਆਰੇ ਹੋ ਜਾਈਏ, ਅਸੀਂ ਅੰਦਰੋਂ ਬਾਹਰ ਇੱਕ ਹੋ ਜਾਈਏ, ਸਾਡੇ ਅੰਦਰ ਦੀ ਮੈਲ ਦੂਰ ਹੋ ਜਾਵੇ।
ਤੇ ਉਹ ਜਿਹੜੀ ਕੂੜ ਦੀ ਕੰਧ ਹੈ, ਜਿਹੜੀ ਸਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਦੂਰੀ ਪਾ ਕੇ ਬੈਠੀ ਹੈ, ਉਹ ਕਿਸ ਤਰ੍ਹਾਂ ਟਹਿ ਜਾਵੇ, ਟੁੱਟ ਜਾਵੇ। ਤੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਤੇ ਕਹਾਣੀਆਂ ਨਹੀਂ ਸੁਣਾਈਆਂ ਉਹਨਾਂ ਨੂੰ। ਮਾਲਕ ਨੇ ਇੱਕੋ ਵਚਨ ਕੀਤਾ, ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦਾ ਹੁਕਮ ਤੇ ਰਜ਼ਾ, ਉਹਦੇ ਵਿੱਚ ਚੱਲਣਾ ਸਿੱਖ ਲਓ। ਨਾਨਕ ਲਿਖਿਆ ਨਾਲ, ਕਹਿੰਦੇ ਜਦੋਂ ਦਾ ਸੰਸਾਰ ਬਣਿਆ ਉਦੋਂ ਦਾ ਇਹ ਲਿਖਿਆ ਨਾਲ ਆ ਰਿਹਾ ਹੈ, ਉਦੋਂ ਦਾ ਇਹ ਹੁਕਮ ਜਿਹੜਾ ਹੈ ਇਹ ਸੰਸਾਰ ਦੇ ਉੱਤੇ ਆ ਰਿਹਾ ਹੈ, ਤੇ ਉਦੋਂ ਦਾ ਹੀ ਉਹਦਾ ਹੁਕਮ ਜਿਹੜਾ ਹੈ ਇਹ ਸੰਸਾਰ ਦੇ ਉੱਤੇ ਚੱਲ ਰਿਹਾ ਹੈ। ਤੇ ਜਿਸ ਲਈ ਇਹ ਸਭ ਕੁਝ ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਪੁੱਛਿਆ ਵੀ ਸਾਨੂੰ ਹੁਣ ਹੁਕਮ ਦੀ ਵਿਆਖਿਆ ਕਰਕੇ ਦਿਖਾਓ, ਹੁਕਮ ਦੇ ਵਿੱਚ ਕੌਣ ਕੌਣ ਚੱਲ ਰਿਹਾ। ਮਹਾਰਾਜ ਕਹਿੰਦੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ। ਕਹਿੰਦੇ ਆ ਜੋ ਤੁਸੀਂ ਤਿੰਨੇ ਭਵਨ ਦੇਖ ਰਹੇ ਹੋ, ਤਿੰਨ ਭਵਨ ਨੇ ਆਕਾਸ਼, ਧਰਤੀ ਤੇ ਪਤਾਲ। ਪਤਾਲ ਉਸ ਜਗ੍ਹਾ ਨੂੰ ਆਖਿਆ ਹੈ ਜਿਹਦੇ ਉੱਤੇ ਸਮੁੰਦਰ ਦਾ ਪਾਣੀ ਟਿਕਿਆ ਹੋਇਆ ਹੈ। ਹੁਣ ਪਾਣੀ ਦੀ ਤਹਿ ਹੈ, ਪਾਣੀ ਦੇ ਥੱਲੇ ਫਿਰ ਧਰਤੀ ਆ ਜਿਹਦੇ ਉੱਤੇ ਉਹ ਸਮੁੰਦਰ ਟਿਕਿਆ, ਉਹਨੂੰ ਪਤਾਲ ਕਿਹਾ ਜਾਂਦਾ। ਧਰਤੀ ਆ ਜਿਹਦੇ ਉੱਤੇ ਆਪਾਂ ਤੇ ਜਾਂ ਹੋਰ ਜਿਹੜੀਆਂ ਗੈਲੈਕਸੀਜ਼ ਨੇ ਜਿਹੜੀਆਂ ਨਵੀਆਂ ਲੱਭ ਰਹੀਆਂ ਨੇ, ਸਾਰੀਆਂ ਨੂੰ ਧਰਤੀਆਂ ਦੇ ਰੂਪ ਇਹ ਦਿੱਤੇ ਗਏ ਨੇ। ਤੇ ਇਹਦੇ ਵਿੱਚ ਜਿਹੜੀ 84 ਲੱਖ ਜੂਨ ਦੀ ਨਿਰੰਕਾਰ ਨੇ ਮੋਹਰ ਲਾਈ ਹੈ, ਉਹ ਕਹਿੰਦੇ ਵੀ ਇਹ ਸਾਰਾ ਆਕਾਰ, ਇਹ ਸਾਰੀ ਬਣਤਰ ਇਹ ਉਹਦੇ ਹੁਕਮ ਦੇ ਵਿੱਚ ਹੀ ਬਣੀ ਹੈ। ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਇਹ ਵੀ ਉਹਦੇ ਹੁਕਮ ਦੇ ਨਾਲ ਹੀ ਬਣੀ ਹੈ। ਪਰ ਕਹਿੰਦੇ ਇਹ ਸਾਰੇ ਭਾਵੇਂ ਇਕੱਠੇ ਹੋ ਜਾਣ ਜਾਂ ਕੋਈ ਵੀ ਵਿਦਵਾਨ ਹੋਰ ਹੋ ਜਾਵੇ, ਹੁਕਮ ਨਾ ਕਿਹਾ ਜਾਏ, ਉਹਦਾ ਹੁਕਮ ਦਾ ਵਿਆਖਿਆ ਨਹੀਂ ਕੀਤੀ ਜਾ ਸਕਦੀ। ਹੁਕਮੀ ਹੋਵਣ ਜੀ ਆ ਹੁਕਮ ਲੈ ਵਡਿਆਈ। ਕਹਿੰਦੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਹੀ ਇੱਥੇ ਜਿਹੜਾ ਜੀਵ ਆਉਂਦਾ ਉਸ ਨੂੰ ਵਡਿਆਈਆਂ ਮਿਲਦੀਆਂ ਨੇ, ਉਸ ਨੂੰ ਵਡਿਆਈਆਂ ਮਿਲਦੀਆਂ ਨੇ। ਤੇ ਹੁਕਮ ਦੇ ਨਾਲ ਹੀ ਉਹ ਜੀਵ ਇਹਦੂ ਸੰਸਾਰ ਦੇ ਉੱਤੇ ਆਂਦਾ ਹੈ। ਹੁਕਮੀ ਉੱਤਮ ਨੀਚ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਆ। ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਇੱਥੇ ਸੰਸਾਰ ਦੇ ਉੱਤੇ ਜੀਵ ਨੂੰ ਵਡਿਆਈਆਂ ਮਿਲਦੀਆਂ ਨੇ, ਤਾਂ ਉਹਦੇ ਹੁਕਮ ਦੇ ਵਿੱਚ ਹੀ ਹੈ ਜਿਹੜਾ ਕਿ ਨੀਚ ਬਣ ਜਾਂਦਾ, ਜਿਹਨੂੰ ਇੱਕ ਵੀ ਵਡਿਆਈ ਨਹੀਂ ਮਿਲਦੀ। ਤਾਂ ਕਹਿੰਦੇ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ ਜਿਹੜੇ ਦੁੱਖ ਸੁੱਖ ਦੋਨੋਂ ਨੇ ਇਹ ਪ੍ਰਾਪਤ ਹੁੰਦੇ ਨੇ, ਉਹ ਆਉਂਦੇ ਨੇ ਜੀਵ ਦੇ ਵਾਸਤੇ। ਹੁਣ ਇੱਥੇ ਆਪਾਂ ਜਦੋਂ ਪਾਓ ਭਾਵਨਾ ਥੋੜ੍ਹੀ ਜਿਹੀ, ਮਹਾਰਾਜ ਕਹਿੰਦੇ ਹੁਕਮੀ ਉੱਤਮ ਨੀਚ, ਉਹਦੇ ਹੁਕਮ ਦੇ ਵਿੱਚ ਜਿਹੜਾ ਜੀਵ ਆ ਜਾਂਦਾ ਉਹ ਇੱਥੇ ਉੱਤਮ ਪਦ ਵੀ ਪਾ ਲੈਂਦਾ, ਗੁਰਮੁਖ ਦਾ ਰੂਪ ਬਣ ਜਾਂਦਾ ਹੈ। ਤੇ ਨੀਚ ਉਹ ਜਿਹੜੇ ਪ੍ਰਮਾਤਮਾ ਤੋਂ ਟੁੱਟ ਗਏ, ਜਿਨ੍ਹਾਂ ਨੂੰ ਅਸੀਂ ਮਨਮੁਖ ਆਖਾਂਗੇ। ਗੁਰਮੁਖ ਤੇ ਮਨਮੁਖ ਦੀ ਵੀ ਡੈਫੀਨੇਸ਼ਨ ਦਿੱਤੀ। ਤੇ ਕਹਾਂ ਕਹਿੰਦੇ ਵੀ ਦੁੱਖ ਸੁੱਖ ਵੀ ਉਹਦੇ ਹੁਕਮ ਦੇ ਵਿੱਚ ਆਉਂਦੇ ਨੇ। ਜਿਹੜਾ ਤਾਂ ਗੁਰਮੁਖ ਹੈ ਭਾਈ, ਉਹ ਤਾਂ ਇਹ ਕਹਿੰਦਾ ਵੀ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ, ਇਹ ਤਾਂ ਦੋਨੋਂ ਕੱਪੜੇ ਨੇ, ਵਾਰੀ ਵਾਰੀ ਆਉਂਦੇ ਨੇ, ਵਾਰੀ ਵਾਰੀ ਲੈ ਜਾਂਦੇ, ਸਾਰੇ ਉਹਦੇ ਹੁਕਮ ਦੇ ਵਿੱਚ ਹੀ ਹੈ। ਤੇ ਜਿਹੜੇ ਸਤਿਗੁਰ ਤੋਂ ਬੇਮੁਖ ਹੋ ਚੁੱਕੇ ਨੇ, ਫਿਰ ਜਦੋਂ ਉਹਨਾਂ ਨੂੰ ਦੁੱਖ ਆਉਂਦਾ ਤੇ ਫਿਰ ਉਹ ਦਵਾਈਆਂ ਪਾਉਂਦੇ ਨੇ, ਫਿਰ ਅਲਾਮੇ ਦਿੰਦੇ ਨੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ। ਮਾੜਾ ਚੰਗਾ ਵੀ ਕਹਿਣ ਲੱਗੇ, ਅੱਗਾ ਪਿੱਛਾ ਨਹੀਂ ਦੇਖਦੇ। ਪਰ ਸਤਿਗੁਰ ਕਹਿੰਦੇ ਨੇ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ, ਕਿਉਂਕਿ ਜੇ ਦੁੱਖ ਤੇ ਸੁੱਖ ਦੋਨੋਂ ਨਾ ਹੋਣ ਤੇ ਫਿਰ ਸਾਡੀ ਪਰਖ ਨਹੀਂ ਪੈ ਸਕਦੀ। ਤੇ ਸੁੱਖ ਦੇ ਰਾਹੀਂ ਸਾਡਾ ਦੁੱਖ ਦਾ ਗਿਆਨ ਹੁੰਦਾ, ਤੇ ਦੁੱਖ ਰਾਹੀਂ ਸਾਨੂੰ ਸੁੱਖ ਦਾ ਗਿਆਨ ਹੁੰਦਾ। ਜਿੱਦਾਂ ਮਾਲਕ ਨੇ ਦਿਨ ਬਣਾਇਆ, ਦਿਨ ਦੇ ਨਾਲ ਰਾਤਰੀ ਦਾ ਸਾਨੂੰ ਗਿਆਨ ਹੁੰਦਾ, ਰਾਤਰੀ ਦੇ ਨਾਲ ਦਿਨ ਦਾ ਗਿਆਨ ਹੁੰਦਾ। ਗਰੀਬ ਦੇ ਹੋਣ ਨਾਲ ਅਮੀਰ ਦਾ ਗਿਆਨ ਹੁੰਦਾ, ਅਮੀਰ ਤੋਂ ਸਾਨੂੰ ਗਰੀਬੀ ਦਾ ਗਿਆਨ ਹੁੰਦਾ। ਹਰ ਇੱਕ ਚੀਜ਼ ਦੋ ਚੀਜ਼ਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖੀ। ਇੱਥੇ ਤੱਕ ਮਰਦ ਤੇ ਔਰਤ ਬਣਾਏ ਸੰਸਾਰ ਦੇ ਉੱਤੇ, ਇਹ ਵੀ ਦੋ। ਹੁਣ ਜਾਨਵਰਾਂ ਦੇ ਵਿੱਚ ਦੇਖ ਲਓ, ਪਸ਼ੂਆਂ ਦੇ ਵਿੱਚ ਵੀ ਦੇਖ ਲਓ, ਇਹਨਾਂ ਦੇ ਵਿੱਚ ਵੀ ਇੱਕ ਮਰਦ ਰੂਪ ਹੋਏਗਾ, ਇੱਕ ਇਸਤਰੀ ਰੂਪ ਪਸ਼ੂ ਜ਼ਰੂਰ ਹੋਏਗਾ। ਇੱਥੇ ਤੱਕ ਜਿਹੜੇ ਦਰਖਤ ਨੇ, ਇਹਨਾਂ ਦਰਖਤਾਂ ਦੇ ਵਿੱਚ ਮੇਲ ਤੇ ਫੀਮੇਲ ਦਾ ਰੂਪ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਾਇਆ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਦੋ ਨੂੰ ਇਕੱਠੇ ਕਰਕੇ ਇਸ ਸੰਸਾਰ ਦੀ ਪ੍ਰਕਿਰਤੀ, ਇਸ ਸੰਸਾਰ ਦਾ ਆਉਣਾ ਜਾਣਾ ਚਲਾਇਆ ਹੈ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਰ ਦਿੱਤਾ, ਕਹਿ ਦਿੱਤਾ, ਗਾਂ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ। ਕਹਿੰਦੇ ਇੱਕ ਐਸੇ ਜੀਵ ਨੇ ਜਿਹੜੇ ਉਹਦੇ ਹੁਕਮ ਦੇ ਵਿੱਚ ਆ ਜਾਂਦੇ ਨੇ,
ਜਦੋਂ ਸਤਿਗੁਰ ਦੀ ਸ਼ਰਨ ਦੇ ਵਿੱਚ ਡਿੱਗ ਪੈਂਦੇ ਨੇ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਮੁਕਤੀ ਦੀਆਂ ਦਾਤਾਂ ਬਖਸ਼ਿਸ਼ ਕਰ ਦਿੰਦੇ ਨੇ, ਗੁਰਮੁਖ ਵਾਲਾ ਜੀਵਨ ਬਖਸ਼ਿਸ਼ ਕਰ ਦਿੰਦੇ ਨੇ। ਤਾਂ ਕਹਿੰਦੇ ਆ ਕੈਸੇ ਨੇ, ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੁੰਦੇ ਨੇ, ਜਿਹੜੇ ਕਿ ਮੁੜ ਮੁੜ ਕੇ 84 ਦੇ ਚੱਕਰ ਦੇ ਵਿੱਚ ਪੈਂਦੇ ਨੇ, ਭੌਂਦੇ ਫਿਰਦੇ ਨੇ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ ਨਿਰੰਕਾਰ। ਕਹਿੰਦੇ ਹਰ ਇੱਕ ਚੀਜ਼, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਹੈ। ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਇੱਥੇ ਤੱਕ ਵੀ ਦਰਖਤ ਦਾ ਪੱਤਾ ਵੀ ਹਿੱਲ ਨਹੀਂ ਸਕਦਾ ਸਿੱਧੋ ਉਹਦੇ ਹੁਕਮ ਤੋਂ ਬਗੈਰ। ਨਾਨਕ ਹੁਕਮੈ ਜੇ ਪੁਜਾਏ ਤਾਂ ਹਉਮੈ ਕਹੈ ਨਾ ਕੋਈ। ਨਿਰੰਕਾਰ ਕਹਿੰਦੇ ਨੇ ਜਿਨ੍ਹਾਂ ਨੇ ਇਸ ਹੁਕਮ ਨੂੰ ਪਛਾਣ ਲਿਆ, ਇਸ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਦਿੱਤਾ, ਕਹਿੰਦੇ ਸਭ ਤੋਂ ਪਹਿਲਾਂ ਨਿਰੰਕਾਰ ਕਿਰਪਾ ਕਰਦੇ ਨੇ, ਹਉਮੈ ਉਹਦੇ ਅੰਦਰੋਂ ਖਤਮ ਕਰ ਦਿੰਦੇ ਨੇ। ਹਉਮੈ ਜਿਸ ਵੇਲੇ ਖਤਮ ਹੋ ਜਾਂਦੀ ਉਸ ਜੀਵ ਦੇ ਅੰਦਰੋਂ, ਤਾਂ ਫਿਰ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਸ ਦਾ ਜੀਵਨ ਪਵਿੱਤਰ, ਉੱਚਾ ਤੇ ਸੁੱਚਾ ਬਣਨਾ ਸ਼ੁਰੂ ਹੋ ਜਾਂਦਾ। ਹੁਣ ਸਿੱਧਾ ਨੇ ਪੁੱਛਿਆ ਵੀ ਉਹਦੀ ਵਡਿਆਈ ਕੌਣ ਕੌਣ ਕਰ ਰਿਹਾ ਹੈ। ਨਿਰੰਕਾਰ ਕਹਿੰਦੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਕਹਿੰਦੇ ਜਿਸ ਨੂੰ ਉਹ ਅਕਾਲ ਪੁਰਖ ਨੇ ਜਿੰਨੀ ਕੁ ਤਾਕਤ ਦਿੱਤੀ ਹੋਈ ਹੈ, ਤਾਕਤ ਕਿਹੜੀ? ਸੋਚਣ ਸ਼ਕਤੀ ਦੀ। ਇਸ ਉਹ ਆਪਣੀ ਉਦੋਂ ਤਾਣ, ਉਹਦੇ ਬਲ ਦੇ ਨਾਲ, ਉਦੋਂ ਤਾਕਤ ਦੇ ਨਾਲ ਓਨਾ ਹੀ ਉਹ ਅਕਾਲ ਪੁਰਖ ਦਾ ਦੀ ਵਡਿਆਈ ਕਰ ਰਿਹਾ ਹੈ, ਓਨਾ ਹੀ ਪਰਮਾਤਮਾ ਨੂੰ ਵੱਡਾ ਵੱਡਾ ਆਖ ਰਿਹਾ ਜਿੰਨਾ ਉਹਦੇ ਕੋਲ ਸੋਚਣ ਸ਼ਕਤੀ ਦਾ ਬਲ ਹੈ। ਗਾਵੇ ਕੋ ਦਾਤ ਜਾਣੇ ਨੀਸਾਨ। ਕਹਿੰਦੇ ਕੋਈ ਇਸ ਕਰਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਹੋਇਆ ਹੈ ਕਿ ਜਿਹੜੀ ਕੁਦਰਤ ਹੈ, ਕੁਦਰਤ ਨੂੰ ਨਿਰੰਕਾਰ ਦੀਆਂ ਨਿਸ਼ਾਨੀਆਂ ਜਾਣ ਕੇ, ਨਿਸ਼ਾਨ ਮੋਹਰ ਨੂੰ ਵੀ ਆਖਿਆ ਹੈ। ਕਹਿੰਦੇ ਕੁਦਰਤ ਨੂੰ ਨਿਰੰਕਾਰ ਦੀਆਂ ਨਿਸ਼ਾਨੀਆਂ ਜਾਣ ਕੇ ਵੱਖਰੀਆਂ ਵੱਖਰੀਆਂ ਦੇ ਚੀਜ਼ਾਂ ਦੇਖ ਕੇ ਬੰਦਾ ਅਚਰਜ ਹੋ ਰਿਹਾ ਤੇ ਉਹ ਕਹਿ ਰਿਹਾ ਵਾਹ ਵਾਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ, ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਇਸ ਕਰਕੇ ਉਹਦੀ ਵਡਿਆਈ ਗਾਉਂਦਾ। ਤੇ ਹੁਣ ਨੀਸਾਨ ਦਾ ਮਤਲਬ ਗਾਹਾਂ ਜਾ ਕੇ ਹੁਣ ਆਪਾਂ ਚਲੋ ਇੱਕ ਹੋਰ ਕੱਢੀਏ। ਜਦੋਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਆ ਨਾ, ਤੇ ਆਪਾਂ ਨੂੰ 4 ਚੀਜ਼ਾਂ ਬਾਹਰੋਂ ਦਿੱਤੀਆਂ ਜਾਂਦੀਆਂ ਨੇ। ਇਹ ਵੀ ਸਾਡੇ ਨਿਸ਼ਾਨ ਨੇ, ਮੋਹਰਾਂ ਨੇ। ਸਾਨੂੰ ਸ੍ਰੀ ਸਾਹਿਬ ਬਾਹਰੋਂ ਦਿੱਤੀ ਜਾਂਦੀ ਹੈ, ਕਸ਼ਹਿਰਾ ਸਾਹਿਬ ਬਾਹਰੋਂ ਦਿੱਤਾ ਜਾਂਦਾ ਹੈ, ਕੰਗਾ ਸਾਹਿਬ ਬਾਹਰੋਂ ਦਿੱਤਾ ਜਾਂਦਾ ਹੈ, ਕੜਾ ਸਾਹਿਬ ਬਾਹਰੋਂ ਦਿੱਤਾ ਜਾਂਦਾ ਹੈ। ਕੇਸ ਸਾਡਾ ਮੋਹਰ ਹੈ। ਜਦੋਂ ਇਹ ਮੋਹਰ ਸਾਡੀ ਸਾਬਤ ਸੂਰਤ ਦਸਤਾਰ ਸਿਰ ਵਾਲੀ ਗੱਲ ਹੋ ਜਾਂਦੀ ਹੈ, ਉਸ ਲਈ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੀਆਂ ਨਿਸ਼ਾਨੀਆਂ ਬਣ ਜਾਂਦੀਆਂ ਨੇ। ਜਦੋਂ ਇਹ ਨਿਸ਼ਾਨੀਆਂ ਨੂੰ ਅਸੀਂ ਚਾਅ ਦੇ ਨਾਲ ਪਾ ਕੇ ਬਾਹਰ ਨਿਕਲਦੇ ਆ ਨਾ, ਤਾਂ ਲੋਕ ਕਹਿੰਦੇ ਨੇ ਵੀ ਆਹ ਗੁਰੂ ਨਾਨਕ ਦਾ ਸਿੱਖ ਆ ਰਿਹਾ। ਇਹ ਸਾਨੂੰ ਉਹ ਨਿਸ਼ਾਨੀਆਂ ਹੈ ਸਾਡੀਆਂ। ਫਿਰ ਸਾਡੇ ਅੰਦਰੋਂ ਵਾਹੋ ਵਾਹੋ ਨਿਕਲਦਾ ਕਿ ਉਹ ਅਸੀਂ ਅਕਾਲ ਪੁਰਖ ਦੀ ਵਡਿਆਈ ਕਰਦੇ ਹਾਂ। ਫਿਰ ਇੱਥੇ ਮਹਾਰਾਜ ਇਹ ਕਹਿੰਦੇ ਨੇ ਵੀ ਇਹਦਾ ਸਭ ਕੁਝ ਦੇਖ ਕੇ, ਉਸ ਦੀਆਂ ਨਿਸ਼ਾਨੀਆਂ ਜਾਣ ਕੇ ਉਸ ਦੀ ਕੋਈ ਵਡਿਆਈ ਕਰ ਰਿਹਾ ਹੈ। ਗਾਵੇ ਕੋ ਗੁਣ ਵਡਿਆਈਆਂ 4। ਕੋਈ ਇਸ ਕਰਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀਆਂ ਸਿਫਤ ਸਲਾਹਾਂ ਦੇ ਵਿੱਚ ਜੁੜਿਆ ਹੋਇਆ ਹੈ। ਕਹਿੰਦਾ ਵੀ ਜਿਹੜੀਆਂ ਮੈਨੂੰ ਵਡਿਆਈਆਂ ਮਿਲੀਆਂ, ਮੈਨੂੰ ਮਾਲ ਮਿਲਿਆ, ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਮਿਲਿਆ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਕਈ ਐਸ ਕਰਕੇ ਉਹਦੀ ਸਿਫਤ ਸਲਾਹ ਕਰਦੇ ਨੇ। ਉਹਨਾਂ ਨੇ ਬੜੇ ਧਰਮ ਦੇ ਗ੍ਰੰਥ ਪੜ੍ਹੇ, ਉਹਨਾਂ ਦੇ ਵਿੱਚੋਂ ਵਿਦਿਆ ਹਾਸਲ ਕੀਤੀ। ਵਿਦਿਆ ਹਾਸਲ ਕਰਨ ਦੇ ਨਾਲ ਉਹਨਾਂ ਨੇ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ। ਉਹ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਗ੍ਰੰਥਾਂ ਦੇ ਵਿੱਚੋਂ ਵਿਦਿਆ ਹਾਸਲ ਕਰ ਲਈ। ਗਾਵੇ ਕੋ ਸਾਜ ਕਰੇ ਤਨਖੇ। ਕਹਿੰਦੇ ਕੋਈ ਐਸੇ ਨੇ ਜਿਹੜੇ ਉਸ ਨੂੰ ਗਾ ਰਹੇ ਨੇ, ਉਸ ਨੂੰ ਧੰਨ ਧੰਨ ਆਖ ਰਹੇ ਨੇ ਕਿ ਆਖਣ ਲੱਗਦੇ ਨੇ ਕਿ ਇਹ ਜਿਹੜਾ ਸਰੀਰ ਸਾਨੂੰ ਦਿੱਤਾ ਹੈ, ਇਹ ਤਨ ਉਸ ਨੇ ਸਾਜਿਆ ਹੈ, ਪਰ ਇਸ ਤਨ ਨੂੰ ਖੇਹ ਕਰਨ ਵਾਲਾ, ਮਿੱਟੀ ਕਰਨ ਵਾਲਾ ਵੀ ਉਹੀ ਹੈ, ਉਹਦੀ ਹੀ ਰਜ਼ਾ ਹੈ, ਉਹਦਾ ਹੀ ਹੁਕਮ ਹੈ। ਉਹਦੇ ਹੁਕਮ ਦੇ ਵਿੱਚ ਸਭ ਕੁਝ ਹੁੰਦਾ ਹੈ। ਉਹੀ ਸਾਜਣਹਾਰ ਹੈ ਤੇ ਉਹੀ ਇਸ ਨੂੰ ਖੇਹ ਕਰਨ ਵਾਲਾ ਹੈ। ਗਾਵੇ ਕੋ ਜੀ ਲੈ ਫਿਰਦੇ। ਕਹਿੰਦੇ ਕੋਈ ਇਸ ਕਰਕੇ ਉਹਦੀਆਂ ਵਡਿਆਈਆਂ ਕਹਿ ਰਿਹਾ, ਕਹਿੰਦੇ ਵੀ ਇਹ ਮੈਨੂੰ ਸਰੀਰ ਦਿੱਤਾ, ਦੇਹ ਦਿੱਤੀ, ਤੇ ਦੇਹ ਦੇ ਵਿੱਚ ਜੰਦ ਪਾ ਦਿੱਤੀ, ਸਵਾਸ ਦੇ ਦਿੱਤੇ। ਉਹ ਨਿਰੰਕਾਰ ਨੇ, ਉਹ ਉਸ ਇਸ ਕਰਕੇ ਵਡਿਆਈ ਕਰ ਰਿਹਾ ਹੈ। ਗਾਵੇ ਕੋ ਜਾਪੇ ਦਿਸੇ ਦੂਰ। ਕੋਈ ਇਸ ਕਰਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਵਡਿਆਈ ਕਰ ਰਿਹਾ ਕਿ ਉਹ ਤਾਂ ਬਹੁਤ ਦੂਰ ਹੈ ਭਾਈ।
ਗਾਵੇ ਕੋ ਵੇਖੇ ਹਾਦਰਾ ਦੂਰ। ਕੋਈ ਇਸ ਕਰਕੇ ਉਸ ਦੀ ਵਡਿਆਈ ਦੇ ਵਿੱਚ ਜੁੜਿਆ ਹੋਇਆ ਹੈ ਕਿ ਉਹ ਤਾਂ ਸਦਾ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਮੇਰੇ ਨਾਲ ਹੈ। ਕਥਨਾ ਕਤੀ ਨਾ ਆਵੇ ਤੋੜ। ਕਹਿੰਦੇ ਜਿੰਨਾ ਮਰਜ਼ੀ ਉਸ ਦੀਆਂ ਵਡਿਆਈਆਂ ਕਰੀ ਚਲੋ, ਪਰ ਉਹਦੀਆਂ ਵਡਿਆਈਆਂ ਦੀ ਤੋੜ ਨਹੀਂ ਆ ਸਕਦੀ, ਕੋਈ ਉਹਦਾ ਗਿਆਨ ਨਹੀਂ ਹੋ ਸਕਦਾ। ਕਤ ਕਤ ਕਥੀ ਕੋਟੀ ਕੋਟ ਕੋਟ। ਕਹਿੰਦੇ ਬੇਅੰਤ ਨੇ ਇਦੂ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਉਸ ਦੀਆਂ ਵਡਿਆਈਆਂ ਕੀਤੀਆਂ ਤੇ ਕਰਕੇ ਚਲੇਗਾ, ਤੇ ਬੜੇ ਉਸ ਵੇਲੇ ਇੱਥੇ ਬੈਠੇ ਆਸਰੇ ਕਰ ਰਹੇ ਨੇ। ਕਹਿੰਦੇ ਦੇਦਾ ਦੇ ਲੈਂਦੇ ਥਕ ਪਾਹੇ। ਗੁਰੂ ਨਿਰੰਕਾਰ ਤਾਂ ਐਸਾ ਹੈ ਕਿ ਉਹ ਦੇ ਰਿਹਾ ਦਾਤਾਂ, ਸਾਰਿਆਂ ਨੂੰ ਦੇ ਰਿਹਾ। ਕੋਈ ਉਹਦੀ ਵਡਿਆਈ ਕਰੇ, ਕੋਈ ਉਹਨੂੰ ਮਾੜਾ ਚੰਗਾ ਕਹੀ ਜਾਵੇ, ਸਾਰਿਆਂ ਨੂੰ ਦਾਤਾਂ ਦੇ ਰਿਹਾ। ਦੇਂਦਾ ਥੱਕਦਾ ਨਹੀਂ। ਜਿਹੜੇ ਲੈਣ ਵਾਲੇ ਉਹ ਥੱਕ ਜਾਂਦੇ ਨੇ। ਥੱਕ ਕਿੱਦਾਂ ਜਾਂਦੇ ਨੇ? ਜਿੰਨਾ ਜੀਵਨ ਕਾਲ ਦਾ ਸਮਾਂ ਲਿਖਾ ਕੇ ਆਏ, ਦਾਤਾਂ ਲਈਆਂ, ਉਹ ਦਾਤਾਂ ਭੋਗੀਆਂ ਤੇ ਇੱਥੋਂ ਖਤਮ ਹੋ ਕੇ ਚਲੇ ਗਏ। ਜੁਗਾ ਜਗੰਤਰ ਖਾਹੀ ਖਾਹੇ। ਕਹਿੰਦੇ ਇਹ ਅੱਜ ਦੀ ਖੇਡ ਨਹੀਂ, ਇਹ ਤਾਂ ਜੁਗਾ ਜਗੰਤਰਾਂ ਦੀ ਉਹ ਅਕਾਲ ਪੁਰਖ ਦੀ ਖੇਡ ਚੱਲੀ ਆ ਰਹੀ ਹੈ। ਹੁਕਮੀ ਹੁਕਮ ਚਲਾਏ ਰਾਹੋ। ਨਿਰੰਕਾਰ ਇੱਥੇ ਹੁਕਮੀ ਉਹ ਅਕਾਲ ਪੁਰਖ, ਹੁਕਮ ਉਹਦੇ ਹੁਕਮ ਦੇ ਵਿੱਚ ਜੀਵ ਨੂੰ ਕਿਰਪਾ ਕਰਕੇ ਆਪਣੇ ਸਹੀ ਮਾਰਗ ਦੇ ਉੱਤੇ ਨਿਰੰਕਾਰ ਤੋਰ ਦਿੰਦੇ ਨੇ। ਨਾਨਕ ਵਿਗਸੇ ਬੇਪਰਵਾਹ। ਨਿਰੰਕਾਰ ਸੱਚੇ ਪਾਤਸ਼ਾਹ ਤਾਂ ਸਦਾ ਹੀ ਆਨੰਦ ਖੇੜੇ ਦੇ ਵਿੱਚ ਰਹਿੰਦੇ, ਉਹ ਬੇਪਰਵਾਹ ਨੇ। ਉਹਨਾਂ ਨੂੰ ਕੋਈ ਮਾੜਾ ਮਾੜਾ ਕਹੀ ਜਾਵੇ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਕੋਈ ਚੰਗਾ ਚੰਗਾ ਕਹੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਸਾਰਿਆਂ ਨੂੰ ਆਪਣੀਆਂ ਦਾਤਾਂ ਦੇਈ ਜਾ ਰਹੇ ਨੇ, ਮਿਹਰ ਕਰੀ ਜਾ ਰਹੇ ਨੇ। ਸਾਚਾ ਸਾਹਿਬ ਸਾਚ ਨਾਏ ਆਖਿਆ ਪਾਓ ਪਾਰ। ਸਿੱਧਾਂ ਨੂੰ ਪੁੱਛਿਆ ਵੀ ਹੁਣ ਉਸ ਬਾਰੇ ਸਾਨੂੰ ਗਿਆਨ ਦੇਵੋ ਜਿਹਨੂੰ ਤੁਸੀਂ ਇੱਕ ਰੂਪ ਦੇ ਵਿੱਚ ਪਹਿਲਾਂ ਬਿਆਨ ਕਰਕੇ ਆਏ ਹੋ। ਆਖਣ ਲੱਗੇ ਉਹ ਸੱਚਾ ਅਟਲ ਸੱਚਾਈ, ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਤੇ ਜਿਹੜਾ ਉਸ ਦਾ ਨਾਮ ਹੈ ਉਹ ਵੀ ਅਟਲ ਸੱਚਾਈ ਹੈ। ਉਹ ਨਾਮ ਹੀ ਸਭ ਤੋਂ ਉੱਚਾ ਤੇ ਸੁੱਚਾ। ਉਹੀ ਨਾਮ ਪ੍ਰਗਟ ਜਦੋਂ ਹੋ ਜਾਣਾ, ਉਹ ਨਾਮ ਦੇ ਨਾਲ ਅਸੀਂ ਉਹਦੇ ਨਾਲ ਜਾ ਕੇ ਸਾਡਾ ਮਿਲਾਪ ਹੋ ਜਾਣਾ, ਉਹਦੇ ਨਾਲ ਅਸੀਂ ਜਾ ਕੇ ਮਿਲ ਜਾਣਾ। ਤੇ ਕਹਿੰਦੇ ਫਿਰ ਕੀ ਹੁੰਦਾ? ਭਾਖਿਆ ਪਾਓ ਪਾਰ। ਕਹਿੰਦੇ ਜਿਹੜੀ ਉਹਦੀ ਬੋਲੀ ਉਹ ਬੜੀ ਪ੍ਰੇਮ ਵਾਲੀ ਆ। ਭਾਖਿਆ ਕਹਿੰਦੇ ਬੋਲੀ ਨੂੰ, ਭਾਓ ਕਹਿੰਦੇ ਨੇ ਪ੍ਰੇਮ ਨੂੰ। ਬੜੀ ਪ੍ਰੇਮ ਦੇ ਨਾਲ ਉਹ ਹਰ ਇੱਕ ਨਾਲ, ਪ੍ਰੇਮ ਭਾਵਨਾ ਦੇ ਨਾਲ ਹਰ ਇੱਕ ਨੂੰ ਮਿਲਦਾ। ਉਹਦੇ ਅਲਫਾਜ਼ ਬੜੇ ਮਿੱਠੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਕਿਸੇ ਦੇ ਨਾਲ ਮਾੜਾ ਨਹੀਂ ਬੋਲਦਾ। ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ। ਕਹਿੰਦੇ ਦੂ ਸੰਸਾਰ ਤੇ ਬੇਅੰਤ ਜੀਵ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਦਾਤਾਂ ਉਹਦੇ ਕੋਲੋਂ ਮੰਗੀ ਜਾ ਰਹੇ ਨੇ, ਉਹਦੇ ਖਜ਼ਾਨਿਆਂ ਚੋਂ ਮੰਗੀ ਜਾ ਰਹੇ ਨੇ। ਨਿਰੰਕਾਰ ਵੀ ਵੱਡਾ ਬੇਪਰਵਾਹ ਸਾਰਿਆਂ ਨੂੰ ਦੇਈ ਜਾ ਰਿਹਾ, ਸਾਰਿਆਂ ਨੂੰ ਦੇਈ ਜਾ ਰਿਹਾ, ਵਿਤਕਰਾ ਨਹੀਂ ਕਰਦਾ ਕਿਸੇ ਦੇ ਨਾਲ। ਹੁਣ ਸਿੱਧਾ ਆਖਣ ਲੱਗੇ ਵੀ ਹੁਣ ਸਾਡੇ ਤੇ ਕਿਰਪਾ ਕਰੋ ਵੀ ਹੁਣ ਅਸੀਂ ਕਿਸ ਤਰ੍ਹਾਂ ਉਹਨੂੰ ਮਨਾਈਏ। ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ। ਕਹਿੰਦੇ ਕਿਹੜੀ ਵਸਤੂ ਉਹਦੇ ਅੱਗੇ ਜਾ ਕੇ ਅਸੀਂ ਰੱਖੀਏ ਜਿਹਦੇ ਨਾਲ ਸਾਨੂੰ ਉਹਦੇ ਦਰਬਾਰ, ਉਹਦੇ ਘਰ ਦਾ ਗਿਆਨ ਹੋ ਜਾਵੇ, ਸੱਚਖੰਡ ਦਾ ਗਿਆਨ ਹੋ ਜਾਵੇ। ਮੋਹੋਂ ਕੀ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਕਹਿੰਦੇ ਕਿਹੜੇ ਅਲਫਾਜ਼ਾਂ ਦੇ ਨਾਲ ਉਹਦੀ ਵਡਿਆਈ ਕਰੀਏ ਜਿਹਦੇ ਨਾਲ ਸਾਨੂੰ ਇਹ ਯਕੀਨ ਹੋ ਜਾਵੇ ਕਿ ਨਿਰੰਕਾਰ ਦਾ ਸਾਡੇ ਨਾਲ ਅਟੁੱਟ ਪਿਆਰ ਹੈ। ਵੈਸੇ ਰਹਿਮਤ ਉਹ ਅਕਾਲ ਪੁਰਖ ਦੀ, ਉਹਦਾ ਤਾਂ ਸਾਰਿਆਂ ਦੇ ਨਾਲ ਹੀ ਪਿਆਰ ਹੈ। ਸਭ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੱਕ ਨੇਰੀ। ਇਹ ਸਾਨੂੰ ਹੀ ਸ਼ੰਕਾ ਰਹਿੰਦੀ, ਪਤਾ ਨਹੀਂ ਰੱਬ ਸਾਡੇ ਨਾਲ ਪਿਆਰ ਕਰਦਾ ਕਿ ਨਹੀਂ ਕਰਦਾ। ਜਦੋਂ ਆਪਾਂ ਅਟੁੱਟ ਪ੍ਰੇਮ ਉਹਦੇ ਨਾਲ ਪਾਲਾਂਗੇ ਨਾ, ਫਿਰ ਸਾਡੀ ਇਹ ਸ਼ੰਕਾ ਵੀ ਦੂਰ ਹੋ ਜਾਏਗੀ। ਤੇ ਨਿਰੰਕਾਰ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਉਸ ਵੇਲੇ ਨੂੰ ਆਖਿਆ ਹੈ ਜਿਸ ਵੇਲੇ ਬਿਲਕੁਲ ਸ਼ਾਂਤੀ ਹੁੰਦੀ ਹੈ। ਤੇ ਸੱਚ ਨਾਮ ਕਹਿੰਦੇ ਅੰਮ੍ਰਿਤ ਵੇਲਾ ਸੰਭਾਲੋ ਸਿੱਧੋ, ਤਾਂ ਸੱਚੇ ਨਾਮ ਦੇ ਨਾਲ ਜੁੜ ਕੇ ਉਹਦੀ ਵਡਿਆਈ ਤੇ ਸੱਚੀਆਂ ਵਿਚਾਰਾਂ ਕਰੋ, ਸਿਫਤ ਸਲਾਹ ਕਰੋ ਉਸਦੀ। ਹੁਣ ਅੰਮ੍ਰਿਤ ਵੇਲਾ ਸੰਸਾਰ ਦੇ ਉੱਤੇ ਨਾ ਹੀ ਸਦਾ ਰਾਤ ਰਹਿੰਦੀ ਹੈ ਤੇ ਨਾ ਹੀ ਸਦਾ ਦਿਨ ਰਹਿੰਦਾ ਹੈ। ਇੱਕ ਜਗ੍ਹਾ ਦੇ ਉੱਤੇ ਰਾਤ ਹੁੰਦੀ, ਦੂਜੀ ਜਗ੍ਹਾ ਦੇ ਉੱਤੇ ਦਿਨ ਹੁੰਦਾ। ਪਰ ਜਿੱਥੇ ਵੀ ਆਪਾਂ ਰਹਿ ਰਹੀਏ ਹੋਏ ਉੱਥੇ ਤੀਜੇ ਪਹਿਰ ਨੂੰ ਵੀ ਅੰਮ੍ਰਿਤ ਵੇਲਾ ਆਖਿਆ ਗਿਆ ਹੈ। ਜਦੋਂ ਤੁਸੀਂ ਸ੍ਰੀ ਦਰਬਾਰ ਸਾਹਿਬ ਸੱਚਖੰਡ ਦੇ ਵਿੱਚ ਦੇਖਦੇ ਹੋ, ਤੀਜੇ ਪਹਿਰ ਦੀ ਚੌਂਕੀ ਲੱਗਦੀ ਹੈ। ਆਸਾ ਦੀ ਵਾਰ ਦਾ ਜਿਸ ਵੇਲੇ ਕੀਰਤਨ ਸ਼ੁਰੂਆਤ ਹੋ ਜਾਂਦਾ ਉਹਨੂੰ ਅੰਮ੍ਰਿਤ ਵੇਲਾ ਆਖਿਆ। ਉਸ ਤੋਂ ਬਾਅਦ ਨਿਰੰਕਾਰ ਅਕਾਲ ਪੁਰਖ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਆਉਂਦੇ ਨੇ ਆਪਣੇ ਪੀੜਾ ਸਾਹਿਬ ਤੇ ਬਿਰਾਜਮਾਨ ਹੋ ਕੇ, ਪ੍ਰਕਾਸ਼ਮਾਨ ਹੋ ਕੇ ਗੁਰੂ ਕੀ ਸੰਗਤ ਨੂੰ ਫਿਰ ਦਰਸ਼ਨ ਦਿੰਦੇ ਨੇ। ਉਹ ਅੰਮ੍ਰਿਤ ਵੇਲਾ ਵੀ ਹੁੰਦਾ। ਇੱਕ ਹੈ ਜਿਹਨੂੰ ਅਸੀਂ ਸਵਾ ਪਹਿਰ ਆਖਦੇ ਹਾਂ, ਭਈ ਸਵਾ ਪਹਿਰ ਦਾ ਜਾਗਣਾ। ਇਹ ਤਕਰੀਬਨ ਰਾਤ ਦੇ 1:30 ਵਜੇ ਦੇ ਨਾਲ 1:36 ਦਾ ਵੈਸੇ ਸਮਾਂ ਜਦੋਂ ਗਿਣਤੀ ਮਿਣਤੀ ਲਾਈ ਆ ਤੇ ਇਹ ਆਉਂਦਾ। ਪਰ ਬਹੁਤੇ ਇਹ ਵੀ ਮੰਗਦੇ ਨੇ ਸੰਸਾਰ ਦੇ ਉੱਤੇ, ਪਰ ਨਸੀਬ ਵਿਰਲੇ ਨੂੰ ਹੀ ਹੁੰਦਾ ਹੈ। ਇਹ ਜਿਹੜਾ ਸਮਾਂ ਹੈ ਨਾ ਸਵਾ ਪਹਿਰ ਦਾ, ਇਹ ਵਿਰਲੇ ਨੂੰ ਨਸੀਬ ਹੁੰਦਾ। ਪਰ ਇਹ ਬੜਾ ਇੱਕ ਪਿਆਰਾ ਸਮਾਂ ਹੈ ਗੁਰੂ ਕੇ ਪਿਆਰਿਓ, ਬਹੁਤ ਪਿਆਰਾ ਸਮਾਂ। ਜਦੋਂ ਕਿਤੇ ਇਸ ਸਮੇਂ ਦੇ ਵਿੱਚ ਨਾ ਮਨ ਜੁੜ ਜੇ ਅਕਾਲ ਪੁਰਖ ਨਾਲ, ਤੇ ਫਿਰ ਨਿੱਜ ਘਰ ਦੇ ਦਰਸ਼ਨ ਹਰ ਵੇਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਇੱਕ ਇਸ ਤਰ੍ਹਾਂ ਇੱਕ ਭਾਵਨਾ ਦੇ ਨਾਲ, ਇਸ ਤਰ੍ਹਾਂ ਜਦੋਂ ਵੀ ਮਨ ਨਿਰੰਕਾਰ ਦੇ ਚਰਨਾਂ ਦੇ ਵਿੱਚ ਬੈਠ ਕੇ ਨਿਰੰਕਾਰ ਦੀ ਸਿਫਤ ਸਲਾਹ ਤੇ ਨਿਰੰਕਾਰ ਵੱਲੋਂ ਬਖਸ਼ਿਸ਼ ਕੀਤੇ ਹੋਏ ਮੂਲ ਮੰਤਰ ਗੁਰ ਮੰਤਰ ਦੇ ਨਾਲ ਜੁੜ ਗਿਆ, ਉਹੀ ਅੰਮ੍ਰਿਤ ਵੇਲਾ ਸਾਡੇ ਵਾਸਤੇ ਹੈ। ਤੇ ਸਿੱਧਾਂ ਨੂੰ ਵੀ ਇਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ। ਗਾਂ ਜਾ ਕੇ ਨਿਰੰਕਾਰ ਕਰਦੇ ਨੇ, ਕਰਮੀ ਆਵੇ ਕਪੜਾ ਨਦਰੀ ਮੋਖ ਲੁਆਰ। ਕਹਿੰਦੇ ਤੁਹਾਡੇ ਜਿਹੜੇ ਕਰਮ ਆ ਨਾ, ਇਹ ਬੜੇ ਉੱਚੇ ਤੇ ਸੁੱਚੇ ਬਣ ਜਾਵਣਗੇ, ਸੇਵਾ ਸਿਮਰਨ ਬੰਦਗੀ ਵਾਲੇ ਬਣ ਜਾਵਣਗੇ। ਇਹ ਫਿਰ ਤੁਹਾਡੇ ਜਿਹੜੇ ਕਰਮ ਨੇ ਤੁਹਾਡੇ ਸਰੀਰ ਦਾ ਕੱਪੜਾ ਬਣ ਜਾਏਗਾ। ਉਹ ਕੱਪੜਾ ਜਿਹੜਾ ਕੱਪੜਾ ਨਿਰੰਕਾਰ ਨੂੰ, ਜਾਂ ਸਰੀਰ ਕੱਪੜਾ ਰੂਪੀ ਬਣ ਜਾਏਗਾ ਜਿਹੜਾ ਨਿਰੰਕਾਰ ਨੂੰ ਪ੍ਰਵਾਨ ਹੋ ਜਾਏਗਾ। ਤੇ ਫਿਰ ਕਹਿੰਦੇ ਉਹ ਨਦਰੀ ਨਿਹਾਲ ਕਰ ਦੇਗਾ ਤੇ ਆਪਣੇ ਆਪ ਉਹ ਸੱਚਖੰਡ ਮੋਖ ਦੁਆਰ ਦੇ ਦਰਸ਼ਨ ਕਰਵਾ ਦੇਵੇਗਾ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਕਹਿੰਦੇ ਗੁਰੂ ਨਾਨਕ ਨਿਰੰਕਾਰ ਕਹਿੰਦੇ ਨੇ, ਪਰ ਉਸ ਅਕਾਲ ਪੁਰਖ ਮਿਹਰਬਾਨ ਦਿਆਲੂ ਕਿਰਪਾਲੂ ਪਰਮ ਆਤਮਾ ਨੂੰ ਇਸ ਤਰ੍ਹਾਂ ਦਾ ਜਾਣੋ, ਉਹੀ ਆਪ ਸਭ ਤੋਂ ਜ਼ਿਆਦਾ ਉੱਚਾ ਸੁੱਚਾ ਤੇ ਸਚਿਆਰ ਹੈ। ਉਹੀ ਇੱਕ ਨਿਰਮਲ ਆਤਮਾ ਹੈ, ਉਹੀ। ਤੇ ਹੁਣ ਵੈਸੇ ਤਾਂ ਕਹਿੰਦੇ ਵੀ ਉਹਨੂੰ ਬਣਾਇਆ ਕਿਹਨੇ, ਤੇ ਪਹਿਲਾਂ ਤਾਂ ਵੈਸੇ ਗਿਆਨ ਨਿਰੰਕਾਰ ਦੇ ਸਕਦੇ, ਪਰ ਬਾਰ-ਬਾਰ ਸਵਾਲ ਕਰੀ ਜਾਂਦੇ ਨੇ ਨਾ। ਤੇ ਸਤਿਗੁਰ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ। ਕਹਿੰਦੇ ਉਹਨੂੰ ਬਣਾਉਣ ਵਾਲਾ ਕੋਈ ਨਹੀਂ ਤੇ ਉਹਨੂੰ ਬਿਠਾਉਣ ਵਾਲਾ ਵੀ ਕੋਈ ਨਹੀਂ ਹੈ। ਨਾ ਉਹਦੀ ਮਾਂ ਹੈ ਨਾ ਉਹਦਾ ਪਿਓ, ਉਹ ਤਾਂ ਸੁਦੇ ਆਪਣੇ ਆਪ ਤੋਂ ਹੀ ਉਹਦਾ ਪ੍ਰਕਾਸ਼ ਹੋਇਆ। ਆਪੇ ਆਪ ਨਿਰੰਜਨ ਸੋਏ। ਕਹਿੰਦੇ ਆਪਣੇ ਆਪ ਤੋਂ ਨਿਰੰਜਨ ਕਹਿੰਦੇ ਨੇ ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਮੈਲ ਨਾ ਲੱਗੀ ਹੋਵੇ। ਨਿਰੰਜਨ ਕਾਲਖ, ਸਭ ਤੋਂ ਨਿਰਮਲ ਜੋਤ, ਉੱਚੀ ਤੇ ਸੁੱਚੀ ਜੋਤ, ਕਹਿੰਦੇ ਉਹ ਆਪਣੇ ਆਪ ਹੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਕਹਿੰਦੇ ਜਿਹਨੇ ਵੀ ਉਹਦੀ ਬੰਦਗੀ ਕੀਤੀ, ਉਹ ਜਿਹੜਾ ਜੀਵ ਉਹਦੇ ਹੁਕਮ ਤੇ ਉਹਦੀ ਰਜ਼ਾ ਦੇ ਵਿੱਚ ਆ ਗਿਆ, ਨਿਰੰਕਾਰੇ ਤੋਂ ਸੰਸਾਰ ਦੇ ਉੱਤੇ ਵੀ ਉਸ ਦੀ ਵਡਿਆਈ ਕਰਾਉਂਦੇ ਨੇ, ਮਾਣ ਪ੍ਰਾਪਤ ਉਸ ਨੂੰ ਦਿੰਦੇ ਨੇ। ਤੇ ਕਹਿੰਦੇ ਜਦੋਂ ਫਿਰ ਪਰਲੋਕ ਸੁਧਾਰ ਕਰਦਾ ਉੱਥੇ ਵੀ ਉਹਨੂੰ ਮਾਣ ਪ੍ਰਾਪਤ ਹੁੰਦਾ। ਹਾਲਾਂਕਿ ਗੁਰੂ ਕਾ ਪਿਆਰਾ ਇੱਥੇ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਨਿਰੰਕਾਰ ਮੇਰੇ ਅੰਦਰੋਂ ਇਹ ਜਿਹੜੀ ਇਸ ਭਾਵਨਾ ਨੇ ਵਡਿਆਈ ਵਾਲੀਆਂ ਸਾਰੀਆਂ ਦੂਰ ਕਰ ਦਿਓ। ਪਰ ਨਿਰੰਕਾਰ ਆਪਣੀ ਰਹਿਮਤ ਕਰਦੇ ਨੇ ਉਹਦੇ ਉੱਤੇ। ਪਰ ਉਹ ਜਿੱਥੇ ਕਹਿੰਦਾ ਮਾਲਕ ਕਿ ਤੇਰੀ ਹੀ ਵਡਿਆਈ ਹੈ, ਤੇਰਾ ਹੀ ਮਾਣ, ਤੇਰੀ ਹੀ ਸਿਫਤ ਸਲਾਹ ਹੋਵੇ, ਤਾਂ ਕਹਿੰਦੇ ਵੀ ਸਤਿਗੁਰੂ ਪਰ ਆਪਣੀ ਕਿਰਪਾ ਕਰਦੇ ਨੇ ਉਸ ਪਿਆਰੇ ਤੇ, ਉਹਨੂੰ ਸੰਸਾਰ ਤੇ ਵੀ ਮਾਣ ਦਿੰਦੇ ਨੇ ਤੇ ਪਰਲੋਕ ਦੇ ਵਿੱਚ ਨਿਰੰਕਾਰ ਦੇ ਦਰਬਾਰ ਦੇ ਵਿੱਚ ਵੀ ਉਸ ਨੂੰ ਮਾਣ ਹਾਸਲ ਹੁੰਦਾ ਹੈ। ਨਾਨਕ ਗਾਵੀਏ ਗੁਣੀ ਨਿਧਾਨ। ਨਿਰੰਕਾਰ ਕਹਿੰਦੇ ਉਹਨੂੰ ਗਾਈਏ ਜਿਹੜਾ ਸਾਰੇ ਗੁਣਾਂ ਦਾ ਖਜ਼ਾਨਾ ਜਿਹਦੇ ਕੋਲ ਹੈ, ਸਾਰੇ ਗੁਣ ਜਿਹਦੇ ਵਿੱਚ ਭਰਪੂਰ ਨੇ, ਕਹਿੰਦੇ ਫਿਰ ਉਹਦੀ ਸਿਫਤ ਸਲਾਹ ਗਾਈਏ। ਗਾਵੀਆ ਸੁਣੀਏ ਮਨ ਰੱਖੀਏ ਭਾਵ ਸਿੱਧੋ। ਗਾਵੋ ਵੀ ਪਰ ਸੁਣਨ ਦੀ ਵੀ ਆਦਤ ਪਾਵੋ। ਇਹ ਨਾ ਹੋ ਵੀ ਤੁਸੀਂ ਆਪਣੇ ਜਲ ਛਲਣਾ ਲੋਕਾਂ ਨੂੰ ਤੁਸੀਂ ਭਰਮਾਂ ਦੇ ਵਿੱਚ ਹੀ ਪਾਉਂਦੇ ਰਹੇ, ਪਰ ਨਹੀਂ, ਹੁਣ ਸੁਣਨ ਦੀ ਵੀ ਆਦਤ ਪਾਵੋ। ਕਹਿੰਦੇ ਜਿੱਥੇ ਗਾ ਰਹੇ ਉੱਥੇ ਹੁਣ ਸੁਣੋ ਵੀ, ਤੇ ਸੁਣ ਦੇ ਨਾਲ ਨਾਲ ਆਦਤ ਪਾ ਕੇ ਕੀ ਕਰੋ, ਮਨ ਰੱਖੀਏ ਭਾਓ, ਅੰਦਰ ਪ੍ਰੇਮ ਦਾ ਚਿਰਾਗ ਜਗਾਓ, ਤਾਂ ਤੁਹਾਡੇ ਅੰਦਰ ਦਾ ਹਨੇਰਾ ਦੂਰ ਹੋ ਜਾਏਗਾ। ਨਾਮ ਦਾ ਚਿਰਾਗ ਜਗਾਓ। ਕਹਿੰਦੇ ਸਾਰੇ ਦੁੱਖ ਉਹ ਨਿਰੰਕਾਰ ਬਾਲਦੇ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਸਾਰੇ ਦੁੱਖ ਫੂਕ ਦੇਗਾ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ। ਕਹਿੰਦੇ ਜਿਸ ਵੇਲੇ ਤੁਸੀਂ ਅੰਦਰ ਉਸ ਦਾ ਭਾਵ, ਅੰਦਰ ਪ੍ਰੇਮ ਦਾ ਚਿਰਾਗ ਜਗਾ ਲਿਆ, ਤੇ ਫਿਰ ਕੀ ਹੋਏਗਾ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਕਹਿੰਦੇ ਜਿਹੜੇ ਤੁਹਾਡੇ ਅੰਦਰ ਆ
ਦੁੱਖ ਬੈਠੇ ਨੇ, ਭਾਰੀ ਦੁੱਖ ਦੇਣ ਵਾਲੇ ਤੱਤ ਬੈਠੇ ਨੇ। ਹੰਕਾਰ ਬੈਠਾ, ਕ੍ਰੋਧ ਬੈਠਾ, ਹਉਮੈ ਬੈਠੀ ਹੈ। ਕਹਿੰਦੇ ਇਹ ਜਿਹੜੇ ਵੱਡੇ ਪਹਾੜਾਂ ਵਰਗੇ ਦੁੱਖ ਨੇ, ਸਤਿਗੁਰ ਦਾ ਨਾਮ ਇੱਕਦਮ ਇਹਨਾਂ ਨੂੰ ਅੰਦਰੋਂ ਖਤਮ ਕਰ ਦੇਗਾ ਤੇ ਤੁਹਾਡਾ ਜਿਹੜਾ ਅੰਦਰਲਾ ਆਤਮਾ ਹੈ ਇਹ ਸੁੱਖਾਂ ਭਰੀ ਆਨੰਦ ਵਾਲੀ ਬਣ ਜਾਏਗੀ, ਕਿਉਂਕਿ ਸਤਿਗੁਰ ਤੁਹਾਡੇ ਅੰਦਰ ਸੁੱਖ ਪ੍ਰਵੇਸ਼ ਕਰਦੇ ਨੇ, ਘਰ ਦੇ ਵਿੱਚ ਤੁਹਾਡੇ 'ਚ ਵਸਾ ਦੇਣਗੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਉਸ ਨੂੰ ਨਿਰੰਕਾਰ ਦੀ ਭਾਸ਼ਾ ਦੀ ਸਮਝ ਆਉਂਦੀ। ਨਾਦੰ ਕਹਿੰਦੇ ਨੇ ਬੋਲੀ ਨੂੰ, ਨਿਰੰਕਾਰ ਕਿਰਪਾ ਕਰ ਦਿੰਦੇ ਨੇ ਗੁਰਮੁਖ ਨੂੰ, ਉਹਦੀ ਅਕਾਲ ਪੁਰਖ ਦੀ ਬੋਲੀ ਦਾ ਗਿਆਨ ਹੋ ਜਾਂਦਾ ਹੈ, ਭਾਸ਼ਾ ਦਾ ਵਿਗਿਆਨ ਹੋ ਜਾਂਦਾ। ਕਿਹੜੀ ਭਾਸ਼ਾ ਦੇ ਨਾਲ, ਕਿਹੜੀ ਬੋਲੀ ਦੇ ਨਾਲ ਮੇਰੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਰੀਝਦੇ ਨੇ। ਗੁਰਮੁਖ ਵੇਦੰ ਕਹਿੰਦੇ ਗੁਰਮੁਖ ਨੂੰ ਤਾਂ ਵੇਦਾਂ ਦਾ ਗਿਆਨ ਨਿਰੰਕਾਰ ਦੇ ਦਿੰਦੇ ਨੇ। ਤੇ ਗੁਰਮੁਖ ਰਿਹਾ ਸਮਾਏ, ਕਹਿੰਦੇ ਉਹ ਗੁਰਮੁਖ ਨਿਰੰਕਾਰ ਦੇ ਵਿੱਚ ਜਾ ਕੇ ਸਮਾ ਜਾਂਦਾ ਤੇ ਨਿਰੰਕਾਰ ਗੁਰਮੁਖ ਦੇ ਵਿੱਚ ਜਾ ਕੇ ਸਮਾਇਆ ਕੇ ਬੈਠਿਆ ਹੁੰਦਾ ਹੈ, ਬੈਠਾ ਰਹਿੰਦਾ ਹੈ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਈਸਰ ਕਹਿੰਦੇ ਨੇ ਸ਼ਿਵ ਨੂੰ। ਕਹਿੰਦੇ ਸਿੱਧੋ ਜਿਸ ਸ਼ਿਵ ਦੀ ਤੁਸੀਂ ਬੰਦਗੀ ਕਰਦੇ ਹੋ, ਜਿਸ ਸ਼ਿਵ ਨੂੰ ਤੁਸੀਂ ਗੁਰ ਮੰਨ ਕੇ ਬੈਠੇ ਹੋ, ਕਹਿੰਦੇ ਇਹਦਾ ਕਰਤਾ ਵੀ ਉਹ ਅਕਾਲ ਪੁਰਖ ਪਰਮਾਤਮਾ ਨਿਰੰਕਾਰ ਆਪ ਹੀ ਹੈ। ਇਹਦੇ ਅੰਦਰ ਵੀ ਉਹਦੀ ਹੀ ਜੋਤ ਵਰਤ ਰਹੀ ਹੈ। ਗੁਰ ਗੋਰਖ, ਗੋਰਖ ਨੂੰ ਵੀ ਤੁਸੀਂ ਗੁਰੂ ਕਰਕੇ ਮੰਨ ਕੇ ਬੈਠੇ ਹੋ, ਟਿਲਾ ਸੀ ਨਾ। ਕਹਿੰਦੇ ਇਹਦੇ ਅੰਦਰ ਵੀ ਉਹ ਅਕਾਲ ਪੁਰਖ ਦੀ ਜੋਤ ਹੀ ਕੰਮ ਕਰ ਰਹੀ ਹੈ। ਤੇ ਬ੍ਰਹਮਾ ਜਿਹਨੂੰ ਕਹਿੰਦੇ ਵੀ ਸੰਸਾਰ ਬਣਾ ਰਿਹਾ ਹੈ, ਇਹ ਸੰਸਾਰ ਉਹਦੇ ਹੁਕਮ ਦੇ ਅਧੀਨ ਹੋ ਕੇ ਬਣਾ ਰਿਹਾ, ਇਹਦੇ ਅੰਦਰ ਵੀ ਉਹਦੀ ਹੀ ਜੋਤ ਕੰਮ ਕਰ ਰਹੀ ਹੈ। ਬੜੇ ਬ੍ਰਹਮਾ ਆ ਚੁੱਕੇ ਨੇ ਇੱਥੇ ਸੰਸਾਰ ਦੇ, ਬੜੇ ਸ਼ਿਵ ਆ ਚੁੱਕੇ ਨੇ ਤੇ ਬੜੇ ਵਿਸ਼ਨੂੰ ਆ ਚੁੱਕੇ ਨੇ। ਤੇ ਗੁਰੂ ਪਾਰਬਤੀ ਮਾਈ, ਕਹਿੰਦੇ ਪਾਰਬਤੀ ਮਾਈ ਜਿਹੜੀ ਹੈ, ਪਾਰਬਤੀ ਵੈਸੇ ਸ਼ਿਵ ਦੀ ਘਰ ਵਾਲੀ ਦਾ ਵੀ ਨਾਮ ਹੈ, ਪਰ ਮਾਲਕ ਇੱਥੇ ਮਾਇਆ ਦੀ ਗੱਲ ਕਰਦੇ ਨੇ ਕਿ ਕਹਿੰਦੇ ਜਿਹੜੀ ਇਹ ਮਾਇਆ ਰੂਪੀ ਸਭ ਕੁਝ ਜੋ ਦਿਸਣ ਡਿਆ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਆਪ ਇਹ ਮਾਇਆ ਰੂਪੀ ਹਰ ਇੱਕ ਚੀਜ਼ ਦੇ ਵਿੱਚ ਹੀ ਉਹਨਾਂ ਦੀ ਹੀ ਜੋਤ ਵਰਤ ਰਹੀ ਹੈ। ਜੇ ਹੋ ਜਾਣਾ ਆਖਾ ਨਹੀਂ, ਕਹਿਣਾ ਕਥਾ ਨਾ ਜਾਏ। ਕਹਿੰਦੇ ਜਿਹਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੋ ਗਿਆ, ਫਿਰ ਉਹ ਕਥਨ ਨਹੀਂ ਕਰ ਸਕਦਾ, ਉਹ ਵਿਸਮਾਦ ਰੂਪ ਦੇ ਵਿੱਚ ਚਲ ਜਾਂਦਾ। ਉਹਨੂੰ ਪਤਾ ਹੀ ਨਹੀਂ ਮੈਂ ਕਿਹੜੇ ਅਲਫਾਜ਼ ਦੇ ਨਾਲ ਉਹਦੀ ਹੁਣ ਸਿਫਤ ਸਲਾਹ ਕਰਾਂ, ਕਹਿਣਾ ਹੀ ਨਹੀਂ ਜਾ ਸਕਦਾ, ਕਥ ਹੀ ਨਹੀਂ ਸਕਦਾ। ਅਕਥ ਨੂੰ ਕੌਣ ਕਥੂਗਾ? ਅਕਥ ਨੂੰ ਅਕਥ ਹੀ ਕਰ ਸਕਦਾ। ਅਕਾਲ ਪੁਰਖ ਦਾ ਗਿਆਨ ਅਕਾਲ ਪੁਰਖ ਨੂੰ ਪਤਾ। ਇਹ ਗੁਰਬਾਣੀ ਦੇ ਸਹੀ ਅਰਥ ਜਿਹੜੇ ਨੇ ਉਹ ਗੁਰੂ ਨਿਰੰਕਾਰ ਆਪ ਹੀ ਸਿਰਫ ਕਰ ਸਕਦੇ ਨੇ। ਆਪਣੀਆਂ ਤਾਂ ਕੋਸ਼ਿਸ਼ਾਂ ਨੇ, ਆਪਾਂ ਤਾਂ ਕੋਸ਼ਿਸ਼ ਇਹ ਕਰਦੇ ਗੁਰੂ ਕਿਰਪਾ ਕਰੇ ਸਾਨੂੰ ਵੀ ਥੋੜਾ ਬੜਾ ਇਹਦੇ ਵਿੱਚੋਂ ਗਿਆਨ ਪ੍ਰਾਪਤ ਹੋ ਜਾਵੇ। ਗੁਰਾਂ ਇੱਕ ਦੇਹ ਬੁਝਾਈ। ਕਹਿੰਦੇ ਗੁਰੂ ਨੇ ਇੱਕ ਸਾਰੇ ਸੰਸਾਰ ਨੂੰ ਸੋਝੀ ਦੇ ਦਿੱਤੀ। ਕਿਹੜੀ? ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰੇ ਸੰਸਾਰ ਦਾ ਇੱਕੋ ਹੀ ਕਰਤਾ ਹੈ, ਇੱਕੋ ਹੀ ਦਾਤਾ ਦੇਣ ਵਾਲਾ ਹੈ। ਇਹ ਸੰਸਾਰ ਦੇ ਜੀਵੋ, ਇਹ ਸਿੱਧੋ ਉਹਨੂੰ ਇੱਕ ਅੱਖ ਚਮਕਣ ਜਿੰਨਾ ਸਮਾਂ ਵੀ ਵਿਸਰ ਨਾ ਜਾਇਓ। ਤੇ ਹੁਣ ਮਾਲਕ ਨੂੰ ਸਵਾਲ ਕੀਤਾ ਸਿੱਧਾ ਨੇ ਵੀ ਤੀਰਥਾਂ ਤੇ ਤੁਸੀਂ ਵੀ ਗਏ ਹੋਣੇ ਬੇਅੰਤ ਵਾਰੀ, ਕੀ ਪ੍ਰਾਪਤੀ ਹੋਈ ਤੁਹਾਨੂੰ? ਤੇ ਸਤਿਗੁਰਾਂ ਨੇ ਪਹਿਲਾਂ ਉਹਨਾਂ ਨੂੰ ਕਹਿ ਦਿੱਤਾ ਨਾ ਵੀ ਸੋਚਿਆ ਸੋਚਣਾ ਹੋਵੇ, ਜੇ ਸੋਚੀ ਲਗਵਾਰ। ਕਿੰਨਾ ਕੁ ਪਤਾ ਨਹੀਂ ਸੋਚ ਕੇ ਬੈਠੇ ਰਹੇ ਹੋਵੋਗੇ, ਪਤਾ ਨਹੀਂ ਕਿੰਨੀ ਕੁ ਵਾਰੀ ਤੁਸੀਂ ਇਸ਼ਨਾਨ ਕੀਤਾ, ਤੁਹਾਨੂੰ ਕੀ ਲਾਭ ਪ੍ਰਾਪਤ। ਹੁਣ ਉਹਨਾਂ ਨੇ ਉਹ ਸਵਾਲ ਸਤਿਗੁਰਾਂ ਦੇ ਉੱਤੇ ਕਰ ਦਿੱਤਾ। ਸਤਿਗੁਰ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾ। ਕਹਿੰਦੇ ਤੀਰਥਾਂ ਤੇ ਮੈਂ ਤਾਂ ਜਾਵਾਂ ਜੇ ਮੈਨੂੰ ਉਹ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਵੇ, ਬਿਨ ਭਾਣੇ ਕਿ ਨਾ ਹੀ ਕਰੀ। ਪਰ ਜੇ ਉਹ ਪ੍ਰਾਪਤ ਨਹੀਂ ਹੁੰਦਾ ਤੇ ਮੈਨੂੰ ਉੱਥੇ ਜਾਣ ਦੀ ਕੀ ਜ਼ਰੂਰਤ ਹੈ? ਮੈਨੂੰ ਤੀਰਥਾਂ ਦੇ ਕੋਈ ਜਾਣ ਦੀ ਜ਼ਰੂਰਤ ਨਹੀਂ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਨਿਰੰਕਾਰ। ਕਹਿੰਦੇ ਵੀ ਇੱਕ ਜਿਹੜੇ ਨਾਮ ਜਪਣ ਲੱਗ ਪੈਂਦੇ 68 ਤੀਰਥਾਂ ਦੇ, ਉਹ ਰੋਜ਼ ਹੀ ਉੱਥੇ ਬੈਠੇ ਬੈਠੇ ਇਸ਼ਨਾਨ ਕਰ ਲੈਂਦੇ ਨੇ। ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲ ਲਏ। ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ, ਜਿਸ ਨੂੰ ਮੈਂ ਸਾਰੀ ਕੁਦਰਤ ਦੇ ਵਿੱਚ ਦੇਖ ਰਿਹਾ ਹਾਂ, ਕਹਿੰਦੇ ਵੀ ਵਿਣ ਕਰਮਾਂ ਕੇ ਮਿਲ ਲਈ। ਮੈਨੂੰ ਉਹ ਇਹ ਗਿਆਨ ਹੈ ਜਿੰਨਾ ਚਿਕਰ ਮੈਂ ਸ਼ੁਭ ਕਰਮ ਨਾ ਕੀਤੇ, ਮੈਂ ਸੇਵਾ ਨਾ ਕੀਤੀ, ਮੈਂ ਸਿਮਰਨ ਨਾ ਕੀਤਾ, ਮੈਂ ਜਨ ਨਾ ਬਣਿਆ, ਉਹਨਾਂ ਚਿਕਰ ਮੇਰੇ ਕਰਮ ਬਣਨੇ ਨਹੀਂ ਤੇ ਉਹਨਾਂ ਚਿਕਰ ਮੈਨੂੰ ਉਹਦਾ ਮਿਲਾਪ ਵੀ ਨਹੀਂ ਹੋਣਾ। ਕਰਮਾਂ ਤੋਂ ਬਗੈਰ ਨਹੀਂ ਮਿਲਣਾ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਇੱਕ ਵਚਨ ਨੂੰ ਮੰਨ ਲਿਆ,
कि हुक्म दे विच आ जाओ, ਉਹਦੀ रज़ा दे विच आ जाओ। ਜਿਹੜੇ ਉਹਦੀ रज़ा ਉਹਦੇ हुक्म दे विच आ गए, सतगुर सच्चे पातशाह जी उन्हां दा जीवन हीरियां मोतियां दे नाल ते ਜਿਹੜੇ ਬੇਅੰਤ ਰਤਨ ਨੇ ਉਹਨਾਂ ਦੇ ਨਾਲ ਭਰ ਦੇਣਗੇ। ਹੁਣ ਇਹ ਨਾ ਸੋਚ ਲਿਓ ਪਤਾ ਨਹੀਂ ਪੱਥਰ ਸਾਡੇ ਅੰਦਰ ਪ੍ਰਗਟ ਹੋ ਜਾਣੇ, ਕਹਿੰਦੇ ਨਹੀਂ, ਉਹਨਾਂ ਦੀ ਸੋਚ ਹੀ ਇੰਨੀ ਸੁੱਚੀ ਤੇ ਪਵਿੱਤਰ ਨਿਰੰਕਾਰ ਕਰ ਦਿੰਦੇ ਨੇ ਕਿ ਜਿੱਥੇ ਬੈਠਣਗੇ, ਜੇ ਕੋਈ ਉਹਨਾਂ ਨੂੰ ਮਾੜਾ ਕਹਿ ਕੇ ਚਲ ਗਿਆ ਉਹ ਵੀ ਸੁਣਿਆ ਅਣਸੁਣਾ ਕਰ ਦੇਣਗੇ। ਜੇ ਚੰਗਾ ਕਹੂਗਾ ਤਾਂ ਉਹ ਕਹਿਣਗੇ ਨਹੀਂ ਇਹ ਮੇਰੇ ਮਾਲਕ ਦੀ ਵਡਿਆਈ ਹੈ, ਮੇਰੀ ਵਡਿਆਈ ਨਹੀਂ। ਇਸ ਤਰ੍ਹਾਂ ਦੀ ਉਹਨਾਂ ਦੀ ਮੱਤ ਬਣਾ ਦੇਣਗੇ। ਜਿੱਥੇ ਬੈਠ ਕੇ ਬਚਨ ਕਰਨਗੇ ਉਹ ਬਚਨ ਇੰਨੇ ਮਿੱਠੇ ਪਿਆਰੇ ਹੋਣਗੇ ਕਿ ਸਾਰੇ ਕਹਿਣਗੇ ਕਿ ਇਹਦੇ ਜ਼ੁਬਾਨ ਤੋਂ ਤਾਂ ਹੀਰਿਆਂ ਵਰਗੇ ਬਚਨ ਨਿਕਲਦੇ ਨੇ। ਕਹਿੰਦੇ ਫਿਰ ਇਸ ਤਰ੍ਹਾਂ ਦੇ ਕਰ ਦਿੰਦੇ, ਮੱਤ ਬੜੀ ਉੱਚੀ ਸੁੱਚੀ ਕਰ ਦੇਣਗੇ। ਗੁਰਾ ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਨਿਰੰਕਾਰ ਨੇ ਸਾਰੇ ਸੰਸਾਰ ਨੂੰ ਤੇ ਸਿੱਧਾਂ ਨੂੰ ਵੀ ਇਹ ਗਿਆਨ ਦੇ ਦਿੱਤਾ ਕਿ ਸਭਨਾ ਜੀਆ ਕਾ ਇੱਕ ਦਾਤਾ, ਸਾਰਿਆਂ ਦਾ ਮਾਲਕ ਉਹ ਆਪ ਹੈ, ਪ੍ਰਤਪਾਲਕ ਉਹ ਆਪ ਹੈ। ਸੋ ਮੈਂ ਵਿਸਰ ਨ ਜਾਈ, ਕਿਤੇ ਮੈਂ ਉਸ ਨੂੰ ਇੱਕ ਸਕਿੰਟ ਵਾਸਤੇ ਵੀ ਵਿਸਰ ਨਾ ਮੇਰੇ ਕੋਲੋਂ ਜਾਵੇ। ਮੇਰੇ ਉੱਤੇ ਇੰਨੀ ਰਹਿਮਤ ਕਰੇ ਨਿਰੰਕਾਰ ਸੱਚੇ ਪਾਤਸ਼ਾਹ। ਹੁਣ ਸਿੱਧਾਂ ਨੂੰ ਮਹਾਰਾਜ ਸਿੱਧ ਕਹਿੰਦੇ ਵੀ ਮਹਾਰਾਜ ਅਸੀਂ ਤਾਂ ਬੜੀਆਂ ਲੰਬੀਆਂ ਉਮਰਾਂ ਇਕੱਠੀਆਂ ਕੀਤੀਆਂ ਨੇ, ਬੜਾ ਤਪ ਕਰਕੇ ਅਸੀਂ ਤਾਂ ਹਜ਼ਾਰਾਂ ਸਾਲਾਂ ਦੀ ਆਰਜਾ ਵਧਾਈ ਹੋਈ ਹੈ। ਹੁਣ ਸਾਨੂੰ ਅਜੇ ਵੀ ਕੀ ਜਪ ਤਪ ਕਰਨੀ ਜ਼ਰੂਰਤ ਹੈ। ਤੇ ਸਤਿਗੁਰਾਂ ਨੇ ਪਹਿਲਾਂ ਜੋ ਗੱਲ ਕਹਿ ਦਿੱਤੀ ਕਿ ਤੁਹਾਡੇ ਅੰਦਰੋਂ ਮੈਲ ਲੈ ਗਈ, ਤੁਹਾਡੇ ਮਨ ਨੂੰ ਜਿਹੜੀ ਲੱਗੀ, ਕੀ ਤੁਹਾਡਾ ਮਨ ਟਿਕਾਓ ਦੇ ਵਿੱਚ ਆ ਗਿਆ? ਉਹਦਾ ਫਿਰ ਉਹਨੇ ਜਵਾਬ ਨਹੀਂ ਦਿੱਤਾ। ਹੁਣ ਗੁਰੂ ਜੀ ਇਹ ਉਸ ਚੀਜ਼ ਨੂੰ ਖੰਡਨ ਕਰਨ ਲੱਗੇ ਨੇ। ਉਹਨਾਂ ਦੀਆਂ ਜਿਹੜੀਆਂ ਵੱਡੀਆਂ ਉਮਰਾਂ, ਬੜੀਆਂ ਜਟਾਂ ਵਰਤੇ ਇਹ ਗੁਫਾਵਾਂ ਦੇ ਵਿੱਚ ਬੈਠੇ ਨੇ, ਚਤਰਾਈਆਂ ਵਾਲਾ ਜੀਵਨ ਬਤੀਤ ਕਰਦੇ ਨੇ। ਕਹਿੰਦੇ ਨੇ ਜੇ ਜੁਗ ਚਾਰੇ ਆਰਜਾ ਹੋਰ ਤੋਂ ਸੁਣੀ ਹੋਏ। ਹੁਣ 4 ਯੁੱਗਾਂ ਦੀ ਆਰਜਾ ਮਾਲਕ ਗੱਲ ਕਰਦੇ ਨੇ, ਜਿਹੜਾ ਜਾਣੀ ਕਿ ਅੱਜ ਤੱਕ ਕਿਸੇ ਨੇ ਯੁੱਗਾਂ ਦਾ ਪੂਰਾ ਗਿਆਨ ਨਹੀਂ ਦਿੱਤਾ ਵੀ ਕਿੰਨੀ ਉਮਰ ਹੈ। ਕੋਈ ਕਹਿੰਦਾ 4,32,000 ਹੈ, ਕੋਈ ਇਹਨੂੰ ਦੂਣੀ ਕਹੀ ਜਾਂਦਾ, ਕੋਈ ਤੀਣੀ ਕਰੀ ਜਾਂਦਾ, ਕੋਈ ਚੌਥੀ ਕਰੀ ਜਾਂਦਾ। ਖੈਰ ਆਪਾਂ ਐਸਟੀਮੇਟਡ ਰੱਖਦੇ ਹਾਂ ਕਿ ਇੱਕ ਯੁੱਗ ਦੀ ਉਮਰ 4,32,000 ਸਾਲ, 432,000 ਈਅਰਸ ਇੱਕ ਯੁੱਗ ਦੇ। ਹੁਣ 4 ਯੁੱਗ ਨੇ, ਇਹਨਾਂ ਨੂੰ ਜਦੋਂ ਤੁਸੀਂ ਇਕੱਠਾ ਕਰ ਲਓਗੇ ਇਹ ਬਣ ਜਾਣਗੇ 1.7 ਮਿਲੀਅਨ, 17 ਲੱਖ ਦੇ ਕਰੀਬ। ਤੇ ਮਾਰੇ ਕਹਿੰਦੇ ਨੇ ਵੀ ਜੇ ਤੁਸੀਂ 4 ਯੁੱਗਾਂ ਦੀ ਆਰਜਾ ਤੁਹਾਡੀ ਹੋ ਜਾਵੇ, ਉਹਨੂੰ 10 ਗੁਣਾ ਹੋਰ ਵਧਾ ਲਓ। ਤੁਸੀਂ ਸੁਣੀ, ਵਧਾ ਲਓ, ਏਡੀ ਤੁਹਾਡੀ ਆਰਜਾ ਹੋਵੇ। ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ। ਕਹਿੰਦੇ 9 ਖੰਡ ਪ੍ਰਿਥਵੀ ਦੇ ਨੇ, ਧਰਤੀ 9 ਖੰਡਾਂ ਦੇ ਵਿੱਚ ਵੰਡੀ ਹੋਈ ਹੈ। ਇਹਨਾਂ ਦਾ ਗਾਹਾਂ ਜਾ ਕੇ ਆਪਣੇ ਨਾਲ ਜ਼ਰੂਰ ਸਾਂਝ ਪਾਵਾਂਗੇ ਕਿ 9 ਖੰਡ ਕੀ ਨੇ। ਤਾਂ ਕਹਿੰਦੇ 9 ਖੰਡਾਂ ਦੇ ਵਿੱਚ ਸਾਰੀ ਧਰਤੀ ਦੇ ਵਿੱਚ ਤੇਰੀ ਜਾਣ ਪਹਿਚਾਣ ਹੋਵੇ। ਜਿੱਥੇ ਤੂੰ ਜਾਵੇਂ ਤੇਰੇ ਨਾਲ ਹਰ ਕੋਈ ਚੱਲਣ ਨੂੰ ਤੁਰਨ ਨੂੰ ਤਿਆਰ ਹੋਵੇ। ਹਰ ਇੱਕ ਦੇ ਮਨ ਦੇ ਵਿੱਚ ਉਤਸ਼ਾਹ ਹੋਵੇ ਮੈਂ ਵੀ ਇਹਦੇ ਨਾਲ ਚੱਲਾਂ, ਕਿਉਂਕਿ ਇਹ 9 ਖੰਡਾਂ ਦੇ ਵਿੱਚ ਜਾਣਿਆ ਹੋਇਆ ਜੀਵ ਹੈ। ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲਗੇ, ਸੋਹਣਾ ਤੇਰਾ ਨਾਮ ਚੱਲਦਾ ਹੋਵੇ ਸੰਸਾਰ ਤੇ। ਕਈ ਕਹਿ ਦਿੰਦੇ ਨਾ, ਹੁਣ ਵੀ ਨਿੱਕਾ ਜਿਹਾ ਕੁਮਾਰ ਗੱਲ ਹੋਵੇ, ਕਹਿੰਦਾ ਮੇਰੀ ਸਰਕਾਰੀ ਦਰਬਾਰੇ ਚੱਲਦੀ ਆ। ਤੇ ਮਾਲਕ ਕਹਿੰਦੇ ਨੇ ਚੰਗਾ ਤੇਰਾ ਨਾਮ ਸਾਰੇ ਸੰਸਾਰ ਦੇ ਉੱਤੇ ਚੱਲਦਾ ਹੋਵੇ। ਚੰਗਾ ਨਾਮ ਰਖਾ ਕੇ ਸੋਹਣਾ ਤੇਰਾ ਨਾਮ ਚੱਲਦਾ ਹੋਵੇ। ਜਸ ਕੀਰਤ ਜਗਲੇ, ਸਾਰੀ ਦੁਨੀਆ ਦੇ ਉੱਤੇ ਤੇਰਾ ਜਸ ਹੋ ਰਿਹਾ ਹੋਵੇ। ਪਰ ਕਹਿੰਦੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ, ਕਹਿੰਦੇ ਜੇ ਤੂੰ ਉਹਦੀ ਨਜ਼ਰ ਤੇਰੇ ਉੱਤੇ ਮਿਹਰ ਦੀ ਨਹੀਂ ਹੋਈ ਤਾਂ ਤੇਰੀ ਜਦੋਂ ਤੂੰ ਇਸ ਸੰਸਾਰ ਤਿਆਗ ਕੇ ਜਾਏਗਾ, ਗਾਹਾਂ ਜਾਏਗਾ, ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਉੱਥੇ ਤੂੰ ਹੋਏਗਾ ਇੱਥੇ ਨਾਮ ਕਮਾ ਕੇ ਚਲੇ ਜਾਏਗਾ, ਸਾਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਚਲੇ ਜਾਏਗਾ, ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰਹੇ। ਕਹਿੰਦੇ ਕੀਟਾ ਕਹਿੰਦੇ ਸਭ ਤੋਂ ਛੋਟਾ ਕੀੜਾ, ਨਿੱਕੇ ਨਿੱਕੇ ਕੀੜੇ ਨੂੰ ਕੀਟਾ ਅੰਦਰ ਕੀਟ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਦਰ ਵੀ ਆਪਣੀ ਜੋਤ ਟਿਕਾ ਕੇ ਬੈਠੇ ਹੋਏ ਨੇ। ਕਹਿੰਦੇ ਕਈ ਵਾਰ ਐਸੀ ਖੇਡ ਵਰਤਾ ਦਿੰਦੇ ਨੇ, ਉਸ ਕੀੜੇ ਨੂੰ ਵੀ ਦੋਸ਼ੀ ਬਣਾ ਦਿੰਦੇ ਨੇ, ਉਹਦੇ ਅੰਦਰ ਵੀ ਦੋਸ਼ ਧਰ ਦਿੰਦੇ ਨੇ, ਉਹਦੇ ਅੰਦਰ ਵੀ ਕੋਈ ਵਿਕਾਰ ਧਰ ਦਿੰਦੇ ਨੇ। ਏਡੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਰੱਥ ਨੇ। ਪਰ ਧਰਦੇ ਕਿਉਂ ਨੇ? ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਇਸ ਕਾਰਨ ਕਰਕੇ ਕਿ ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਅੰਦਰ ਕੀਟੇ ਨੂੰ ਨਿੱਕੇ ਤੇ ਨਿੱਕੇ ਚੀਜ਼ ਨੂੰ ਦੋਸ਼ੀ ਬਣਾ ਦਿੰਦੇ ਨੇ, ਪਰ ਕਹਿੰਦੇ ਉਹ ਵੀ ਜਦੋਂ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਆਪਣੀ ਸੁਰਤੀ ਆਪਣੀ ਮੱਤ ਮਾਲਕ ਨੇ ਦਿੱਤੀ ਉਹਨਾਂ ਨੂੰ ਵੀ,
ਉਹਦੇ ਨਾਲ ਕਿਤੇ ਆਪਣੇ ਇਸ਼ਟ ਆਪਣੇ ਪਰਮਾਤਮਾ ਦੀ ਸਿਫਤ ਕਰਦਾ ਹੋਏਗਾ। ਕਹਿੰਦੇ ਉਹ ਇਸੇ ਤਰ੍ਹਾਂ ਦੇ ਨਿਰਗੁਣ ਜਿਹੜੇ ਜੀਵ ਵੀ ਨੇ ਤੇ ਕੀੜੇ ਵੀ ਨੇ, ਨਿਰੰਕਾਰ ਐਸੀ ਮਿਹਰ ਕਰ ਦਿੰਦੇ ਨੇ, ਜਿਹੜਾ ਉਹਦੇ ਵੱਲ ਨੂੰ ਇੱਕ ਵਾਰ ਤੁਰ ਪਿਆ, ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਉਹ ਲੇਤਾ, ਕਹਿੰਦੇ ਉਹਨੂੰ ਸਾਰੇ ਗੁਣਾਂ ਦੇ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਨੇ। ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ, ਕਹਿੰਦੇ ਇਦਾਂ ਦਾ ਹੋਰ ਸੰਸਾਰ ਦੇ ਉੱਤੇ ਕੋਈ ਨਹੀਂ, ਕੋਈ ਅਕਾਲ ਪੁਰਖ ਆ। ਉਹ ਅਕਾਲ ਪੁਰਖ ਹੀ ਇੱਕੋ ਹੈ ਜਿਹੜਾ ਇਹ ਸਾਰੇ ਗੁਣਾਂ ਦਾ ਖਜ਼ਾਨਾ, ਇਹ ਸਭ ਤਰ੍ਹਾਂ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਉਹੀ ਹੈ। ਇਹ ਜਿਹੜੀ ਆਪਾਂ ਇੱਕ ਦੂਜੇ ਨਾਲ ਪ੍ਰੇਮ ਦੀ ਸੇਧ ਪਾਉਂਦੇ, ਇਹਦੇ ਵਿੱਚ ਇੱਕ ਬਚਨ ਮੈਂ ਬਾਰ-ਬਾਰ ਜ਼ਰੂਰ, ਨਿਰੰਕਾਰ ਅਕਾਲ ਪੁਰਖ ਪਰਮ ਆਤਮਾ ਬਾਰ-ਬਾਰ ਆਏਗਾ। ਕਿਉਂਕਿ ਗੁਰੂ ਪਿਆਰਿਓ ਨਾ ਦੇਖੋ, ਜਦੋਂ ਆਪਾਂ ਸੰਸਾਰ ਦੇ ਉੱਤੇ ਚਲੋ ਮਨੁੱਖਾ ਦੇਹ ਦੇ ਵਿੱਚ ਆ, ਆਪਣੇ ਬਾਪ ਦਾ ਨਾਮ ਬਹੁਤ ਘੱਟ ਲੈਂਦੇ ਹਾਂ, ਕਿਤੇ ਜ਼ਰੂਰੀ ਆ, ਨਹੀਂ ਤਾਂ ਆਪਾਂ ਪਿਤਾ ਜੀ, ਡੈਡ, ਬਾਪੂ ਜੀ ਕਹਿ ਕੇ ਕਰਦੇ ਹਾਂ। ਪਤਾ ਨਹੀਂ ਮੇਰੇ ਮਨ ਦੇ ਵਿੱਚ ਇਹ ਇੱਕ ਸੰਕਲਪ ਹੈ ਵੀ ਮੇਰਾ ਚਿੱਤ ਨਹੀਂ ਕਰਦਾ ਮੈਂ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਲਵਾਂ। ਉਹ ਨਾਮ ਹੀ ਇੰਨਾ ਉੱਚਾ ਤੇ ਸੁੱਚਾ ਹੈ। ਇਹ ਜਿਹੜਾ ਚਮੜਾ ਬਣਿਆ ਹੋਇਆ ਮਿੱਟੀ ਦਾ ਸਰੀਰ ਹੈ ਭਾਈ, ਇਹਦੇ ਵਿੱਚ ਇਹ ਗੁਣ ਹੈ ਨਹੀਂ, ਤੇ ਇਸ ਕਰਕੇ ਮੈਂ ਅਕਾਲ ਪੁਰਖ ਨਿਰੰਕਾਰ ਨੂੰ ਇਸ ਰੂਪ ਦੇ ਵਿੱਚ ਆਪ ਜੀ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਇਹਦੇ ਵਿੱਚ ਜੇ ਕਿਤੇ ਕੋਈ ਮਨਮਤ ਹੋ ਗਈ ਹੋਵੇ ਤਾਂ ਅਸੀਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਪਹਿਲਾਂ ਹੀ ਮੰਗ ਲੈਂਦੇ ਹੁੰਦੇ ਹਾਂ ਤੇ ਹੁਣ ਵੀ ਮੰਗ ਲੈਂਦੇ ਹਾਂ। ਨਿਰੰਕਾਰ ਕਿਰਪਾ ਕਰੇ, ਅੱਜ ਦੀ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਇਸ ਸੇਵਾ ਦੇ ਵਿੱਚ ਅਗਾਧ ਬੋਧ ਬਾਣੀ ਦੇ ਅਰਥ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਨਿਰੰਕਾਰ ਗੁਰੂ ਸਦਾ ਹੀ ਬਖਸ਼ੰਦ ਹੈ, ਸਦਾ ਹੀ ਬਖਸ਼ੰਦ ਹੈ। ਇਹੀ ਅਰਦਾਸ ਬੇਨਤੀ ਹੈ, ਆਹੇ ਨਿਰੰਕਾਰ ਕਿਰਪਾ ਕਰੀ, ਮਿਹਰ ਕਰੀ, ਆਪ ਹੀ ਬਖਸ਼ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਜੀ। ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਰੱਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ। ਫਤਿਹ ਬੁਲਾਓ, ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।